जानकी पैज रखी करतारे, जानकी पैज जानकी पैज रखी करतारे, जानकी पैज रखी करतारे। फिर कर बैसो हर जन प्यारे, सतगुर तुम्हारे काज सवारे। फिर कर बैसो हर जन प्यारे, सतगुर तुम्हारे काज सवारे। बादशाह शाह सब बस कर दीने, बादशाह शाह सब बस कर दीने, बादशाह शाह सब बस कर दीने। अमृत नाम महारस पीने, अमृत नाम महारस पीने, अमृत नाम महारस पीने, अमृत नाम महारस पीने। फिर कर बैसो हर जन प्यारे, सतगुर तुम्हारे काज सवारे। फिर कर बैसो हर जन प्यारे, सतगुर तुम्हारे काज सवारे। निर्भय होए भजो भगवान, निर्भय होए भजो भगवान, निर्भय होए भजो भगवान, निर्भय होए भजो भगवान। साध संगत मिल कीनो दान, साध संगत मिल कीनो दान, साध संगत मिल कीनो दान, साध संगत मिल कीनो दान। फिर कर बैसो हर जन प्यारे, सतगुर तुम्हारे काज सवारे। फिर कर बैसो हर जन प्यारे, सतगुर तुम्हारे काज सवारे। शरण परे प्रभ अंतर्यामी, शरण परे प्रभ अंतर्यामी, शरण परे प्रभ अंतर्यामी। नानक ओट पकड़ी प्रभ स्वामी, नानक ओट पकड़ी प्रभ स्वामी। तीर्थ
ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਨਾਨਕ ਓਟ ਸਗਲ ਦੁਆਰ ਕੋ ਛਾੜ ਕੇ ਗਹਿਓ ਤਹਾਰ ਦੁਆਰ। ਬਾਹੇ ਗਹੇ ਕੀ ਲਾਜ ਗੋਬਿੰਦ ਦਾਸ ਤੁਹਾਰ। ਨਾਨਕ ਓਟ ਬਕਰੀ ਪ੍ਰਭ ਸੁਆਮੀ। ਨਾਨਕ ਓਟ ਨਾਨਕ ਓਟ ਬਕਰੀ ਪ੍ਰਭ ਸੁਆਮੀ। ਨਾਨਕ ਓਟ ਬਕਰੀ ਪ੍ਰਭ ਸੁਆਮੀ। ਫਿਰ ਕਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ। ਫਿਰ ਕਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ। ਫਿਰ ਕਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰ ਤੁਮਰੇ ਕਾਜ ਸਤਿਗੁਰ ਤੁਮਰੇ ਕਾਜ ਸਵਾਰੇ। ਗਾਵੋ ਸੰਗਤੇ ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗਤੇ ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗਤੇ ਗਾਵੋ ਸੰਗਤੇ ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗਤੇ ਗੁਣ ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ। ਗਾਵੋ ਸੰਗਤੇ ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗਤੇ ਗੁਣ ਪੂਰਿਆ ਗੁਰਾਂ ਦੇ। ਪੂਰਾ ਪ੍ਰਭ ਅਰਾਧਿਆ ਪੂਰਾ ਜਗ ਨਾਮ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਤੁਮ ਦਾਤੇ ਠਾਕੁਰ ਪ੍ਰਤਪਾਲਕ
नायक खसम हमारे, निमख निमख तुम ही प्रतिपालो। अंबारिक तुमरे तारे, जिह्वा एक कवन गुण कहिए। बेसुमार बेअंत स्वामी, तिरुअंत न किन्ही लहिए। कोट पराध हमारे खंडो, अनेक विधि समझाओ। हमें अज्ञान अलप मत थोरी, तुम आपन बिरद रखाओ। तुम्हारी शरण तुम्हारी आसा, तुम ही सजन सुहेले। राखो राखन हार दयाला, राखो राखन हार दयाला। नानक घर के गोले, ਉਹ ਧਰਤੀ ਭਾਗਾਂ ਵਾਲੀ ਹੈ, 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 ਧਰਤੀ ਭਾਗਾਂ ਵਾਲੀ ਹੈ। ਜਿੱਥੇ ਚਰਨ ਗੁਰਾਂ ਨੇ ਪਾਏ, ਧਰਤੀ ਭਾਗਾਂ ਵਾਲੀ ਹੈ, ਧਰਤੀ ਭਾਗਾਂ ਵਾਲੀ ਹੈ। ਜਿੱਥੇ ਚਰਨ ਗੁਰਾਂ ਨੇ ਪਾਏ, ਜਿੱਥੇ ਚਰਨ ਗੁਰਾਂ ਨੇ ਪਾਏ, ਧਰਤੀ ਭਾਗਾਂ ਵਾਲੀ ਹੈ, ਧਰਤੀ ਭਾਗਾਂ ਵਾਲੀ ਹੈ। ਜਿੱਥੇ ਚਰਨ ਗੁਰਾਂ ਨੇ ਪਾਏ, ਧਰਤੀ ਭਾਗਾਂ ਵਾਲੀ ਹੈ, ਧਰਤੀ ਭਾਗਾਂ ਵਾਲੀ ਹੈ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਹੈ। ਸੇਵਕ ਪਰਿਵਾਰ ਨੇ ਆਪਣੇ ਨਵੇਂ ਬਣਾਏ ਹੋਏ ਮਕਾਨਾਂ ਵਿੱਚ ਨਿਵਾਸ ਕਰਨ ਤੋਂ ਪਹਿਲਾਂ ਸਤਿਗੁਰਾਂ ਦਾ ਓਟ ਆਸਰਾ ਤੱਕਦਿਆਂ ਹੋਇਆਂ ਸਤਿਗੁਰਾਂ ਦੇ ਚਰਨ ਪਰਸੇ ਹਨ। ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ ਤੇ ਸਗਲ ਚਿੰਤ ਮਟਾਈ ਜੀ ਦੇ ਸ੍ਰੀ ਅਖੰਡ ਜਾਪ ਆਰੰਭ ਹੋਏ ਸਨ। ਤਿਨਾਂ ਦੇ ਸੰਪੂਰਨ ਭੋਗ ਪਏ ਹਨ। ਉਪਰੰਤ ਕੁਝ ਸਮਾਂ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਕੀਰਤਨ ਭਗਤੀ ਦੇ ਨਾਲ ਜੁੜਨਾ ਕਰੋ ਜੀ। ਸਤਿਗੁਰਾਂ ਦਾ ਫਰਮਾਨ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਜਿੱਥੇ ਸਤਿਗੁਰਾਂ ਦੇ ਚਰਨ ਪੈ ਜਾਣ, ਸੰਗਤਾਂ ਦੇ ਚਰਨ ਪੈ ਜਾਣ, ਉਹ ਧਰਤੀ ਸੋਭਨੀਕ ਹੋ ਜਾਂਦੀ ਹੈ। ਬਾਣੀ ਦਾ ਫਰਮਾਨ ਹੈ, ਭਲੀ ਸੁਹਾਵੀ ਛਾਪਰੀ, ਜਾ ਮਹਿ ਗੁਣ ਗਾਏ। ਅੱਗੇ ਪਾਤਸ਼ਾਹ ਫਰਮਾਨ ਕਰਦੇ ਹਨ, ਕਿਤੇ ਹੀ ਕਾਮ ਨਾ ਧੌਲ ਹਰ, ਜਿਤ ਹਰ ਬਿਸਰਾਏ। ਇਹ ਕੋਠੇ ਮੰਡਪ ਮਾੜੀਆਂ, ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਬਾਣੀ ਨਹੀਂ ਪੜ੍ਹੀ ਜਾਂਦੀ, ਸੰਗਤਾਂ ਦੇ ਚਰਨ ਨਹੀਂ ਪੈਂਦੇ, ਸਤਿਗੁਰਾਂ ਦੇ ਚਰਨ ਨਹੀਂ ਪੈਂਦੇ, ਉਹਨੂੰ ਬਾਣੀ ਨੇ ਭਾਈ ਮੜੀਆਂ ਦੇ ਮਸਾਣ ਦੱਸਿਆ ਹੈ, ਮਸਾਣਾਂ ਦੇ ਸਮਾਨ ਦੱਸਿਆ ਹੈ। ਜਿੱਥੇ ਸੰਗਤਾਂ ਦੇ ਚਰਨ ਪੈਂਦੇ ਹਨ, ਸਤਿਗੁਰਾਂ ਦੀ ਬਾਣੀ ਪੜ੍ਹੀ ਜਾਂਦੀ ਹੈ, ਨਾਮ ਜਪਿਆ ਜਾਂਦਾ ਹੈ, ਉਹ ਭਾਵੇਂ ਛਪਰੀ ਹੈ, ਭਲੀ ਸੁਹਾਵੀ ਛਾਪਰੀ, ਜਾ ਮਹਿ ਗੁਣ ਗਾਏ। ਜਿੱਥੇ ਬੈਠ ਕੇ ਹਰੀ ਦੇ ਗੁਣ ਗਾਈਏ, ਭਲੀ ਹੈ ਸੁਹਾਵੀ ਛਪਰੀ,
ਜਿਤੇ ਬੈਠ ਕੇ ਹਰੀ ਦੇ ਗੁਣ ਗਾਈਏ। ਭਲੀ ਹੈ ਸੁਹਾਵੀ ਛਪਰੀ, ਬੈਠ ਕੇ ਹਰੀ ਦੇ ਗੁਣ ਗਾਈਏ, ਹਰੀ ਦੇ ਗੁਣ ਗਾਈਏ। ਭਲੀ ਹੈ ਸੁਹਾਵੀ ਛਪਰੀ, ਜਿਤੇ ਬੈਠ ਕੇ ਹਰੀ ਦੇ ਗੁਣ ਗਾਈਏ। ਭਲੀ ਹੈ ਸੁਹਾਵੀ ਛਪਰੀ, ਭਲੀ ਹੈ ਜੀ ਸੁਹਾਵੀ ਛਪਰੀ, ਭਲੀ ਹੈ ਜੀ ਸੁਹਾਵੀ ਛਪਰੀ। ਭਲੀ ਹੈ ਜੀ ਸੁਹਾਵੀ ਛਪਰੀ, ਭਲੀ ਹੈ ਜੀ ਸੁਹਾਵੀ ਛਪਰੀ। ਤੇ ਬੈਠ ਕੇ ਹਰੀ ਦੇ ਗੁਣ ਗਾਈਏ। ਭਲੀ ਹੈ ਸੁਹਾਵੀ ਛਪਰੀ, ਤੇ ਬੈਠ ਕੇ ਹਰੀ ਦੇ ਗੁਣ ਗਾਈਏ। ਭਲੀ ਹੈ ਸੁਹਾਵੀ ਛਪਰੀ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਗਰਾਂ ਨਗਰਾਂ ਵਿੱਚ ਜਾ ਕਰਕੇ ਸੰਗਤਾਂ ਨੂੰ ਉਤਾਰ ਰਹੇ ਹਨ। ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਘਰੋਂ ਮਾਤਾ ਜੀ, ਮਾਤਾ ਦਮੋਦਰੀ ਜੀ, ਤਿੰਨਾਂ ਦੀ ਭੈਣ ਬੀਬੀ ਰਾਮੋ ਜੀ, ਸਤਿਗੁਰਾਂ ਦੇ ਸਾਂਢੂ, ਰਿਸ਼ਤੇ ਵਜੋਂ ਦੁਨਿਆਵੀ ਰਿਸ਼ਤੇ ਵਜੋਂ ਭਾਈ ਸਾਈਂ ਦਾਸ ਜੀ, ਭਾਈ ਸਾਈਂ ਦਾਸ ਔਰ ਬੀਬੀ ਰਾਮੋ ਜੀ, ਤਿੰਨਾਂ ਨੇ ਆਪਣੀ ਕਿਰਤ ਕਮਾਈ ਨੂੰ ਸਫਲਿਆਂ ਕਰਦਿਆਂ ਹੋਇਆਂ ਨਵੇਂ ਮਕਾਨ ਬਣਾਏ ਹਨ। ਉਸ ਸਮੇਂ ਦੇ ਹਿਸਾਬ ਦੇ ਨਾਲ ਨਗਰ ਭਾਈ ਕੀ ਡਰੌਲੀ ਹੈ ਮਾਲਵੇ ਅੰਦਰ, ਉੱਥੇ ਨਗਰ ਹੈ ਇਹਨਾਂ ਦਾ। ਨਵੇਂ ਮਕਾਨ ਬਣਾਏ ਹਨ, ਮਿਸਤਰੀ ਹਟੇ ਹਨ, ਘਰ ਵਿੱਚ ਨਵੇਂ ਮਕਾਨਾਂ ਵਿੱਚ ਵਾਸਾ ਕਰਨ ਲੱਗੇ ਹਨ। ਜਦੋਂ ਅੰਦਰ ਗਏ ਠੰਡੀ ਠੰਡੀ ਹਵਾ ਆ ਰਹੀ ਹੈ, ਮਨ ਵਿੱਚ ਵਿਚਾਰ ਆਈ, ਫੁਰਨਾ ਫੁਰਿਆ, ਜਦੋਂ ਸਤਿਗੁਰਾਂ ਦੀ ਕਿਰਪਾ ਹੋਣੀ ਹੋਵੇ ਕਿ ਕਿਉਂ ਨਾ ਹੋਵੇ ਕਿ ਸਾਡੇ ਨਵੇਂ ਮਕਾਨਾਂ ਵਿੱਚ ਵਾਸਾ ਕਰਨ ਤੋਂ ਪਹਿਲਾਂ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਚਰਨ ਪਵਾਏ ਜਾਣ। ਉਸ ਸਮੇਂ ਕਿਤਨੇ ਸੁੱਖ ਸਾਧਨ ਨਹੀਂ ਹੋਇਆ ਕਰਦੇ ਸਨ, ਜਿਸ ਤਰ੍ਹਾਂ ਹੁਣ ਆਪਾਂ ਟੈਲੀਫੋਨ ਕਰਕੇ ਹੋਰ ਸੰਚਾਰ ਦੇ ਸਾਧਨਾਂ ਦੇ ਨਾਲ ਇੱਕ ਦੂਜੇ ਨੂੰ ਸੁਨੇਹਾ ਲਾ ਦਿੰਦੇ ਹਾਂ। ਉਸ ਸਮੇਂ ਇਤਨੇ ਸੁੱਖ ਸਹੂਲਤਾਂ ਨਹੀਂ ਸੀ ਹੋਇਆ ਕਰਦੀਆਂ। ਮਨ ਵਿੱਚ ਵਿਚਾਰ ਆਈ ਕਿ ਛੇਵੇਂ ਪਾਤਸ਼ਾਹ ਸਤਿਗੁਰੂ ਇਹ ਸਮੇਂ ਕਿੱਥੇ ਹੋਣਗੇ। ਦੋਵਾਂ ਮੀਵੀ ਸਲਾਹ ਕਰਕੇ ਮਨ ਵਿੱਚ ਵਿਚਾਰ ਕੀਤੀ ਕਿ ਸਤਿਗੁਰੂ ਦਿਲਾਂ ਦੀਆਂ ਜਾਣਦੇ ਹਨ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਕਲੇ ਕੀਤੇ ਅਰਦਾਸ। ਕਿਉਂ ਨਾ ਹੋਵੇ ਮਨ ਚਿਤ ਬਿਰਤੀ ਇਕਾਗਰ ਕਰਕੇ ਸਤਿਗੁਰਾਂ ਨੂੰ
ਯਾਦ ਕੀਤਾ ਜਾਵੇ ਕਿ ਸਾਡੇ ਘਰ ਵਿੱਚ ਆਣ ਕਰਕੇ ਚਰਨ ਪਾਓ। ਮਨੋ ਮਨੀ ਦੋਨੇ ਹੱਥ ਜੋੜ ਕਰਕੇ ਚੌਂਕੜਾ ਮਾਰ ਕੇ ਬੈਠ ਕੇ ਸਤਿਗੁਰਾਂ ਨੂੰ ਯਾਦ ਕਰੀਏ। ਸਤਿਗੁਰ ਆਪੇ ਕਿਰਪਾ ਕਰਨਗੇ, ਉਹ ਸਭ ਦੇ ਦਿਲਾਂ ਦੀਆਂ ਜਾਣਦੇ ਹਨ। ਜ਼ਰੂਰ ਸਾਡੀ ਬੇਨਤੀ ਪ੍ਰਵਾਨ ਕਰਕੇ ਆਉਣਗੇ। ਆਇਓ ਸਤਿਗੁਰ ਜੀ ਕਦੇ ਘਰ ਵੀ ਗਰੀਬ ਦੇ। ਆਇਓ ਸਤਿਗੁਰ ਜੀ ਕਦੇ ਘਰ ਵੀ ਗਰੀਬ ਦੇ। ਆਇਓ ਸਤਿਗੁਰ ਜੀ ਆਇਓ ਸਤਿਗੁਰ ਜੀ ਕਦੇ ਘਰ ਵੀ ਗਰੀਬ ਦੇ। ਆਇਓ ਸਤਿਗੁਰ ਜੀ ਕਦੇ ਘਰ ਵੀ ਗਰੀਬ ਦੇ। ਘਰ ਵੀ ਗਰੀਬ ਦੇ, ਘਰ ਵੀ ਗਰੀਬ ਦੇ ਜੀ, ਘਰ ਵੀ ਗਰੀਬ ਦੇ, ਘਰ ਵੀ ਗਰੀਬ ਦੇ। ਆਇਓ ਸਤਿਗੁਰ ਜੀ ਕਦੇ ਘਰ ਵੀ ਗਰੀਬ ਨੇ। ਆਇਓ ਸਤਿਗੁਰ ਜੀ ਕਦੇ ਘਰ ਵੀ ਗਰੀਬ ਦੇ। ਆਇਓ ਸਤਿਗੁਰ ਜੀ ਇਸ ਤਰ੍ਹਾਂ ਦੋਨੋਂ ਦੰਪਤੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਮਨੋ ਮਨੀ ਅਰਦਾਸਾਂ ਬੇਨਤੀਆਂ ਕਰਦੇ ਹਨ। ਕਿਸੇ ਸਮੇਂ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਦੁਰਯੋਧਨ ਮਹਾਰਾਜੇ ਨੇ ਨਿਉਤਾ ਦਿੱਤਾ ਹੈ ਭਗਵਾਨ ਨੂੰ ਕਿ ਮੇਰੇ ਮਹਿਲਾਂ ਵਿੱਚ ਆਣ ਕਰਕੇ ਚਰਨ ਪਾਓ। ਭਗਵਾਨ ਜੀ ਨੇ ਸਮਾਂ ਦਿੱਤਾ ਹੈ ਆਉਣ ਦਾ। ਉਹਨਾਂ ਦੇ ਆਉਣ ਕਰਕੇ ਰਾਜਾ ਸੀ, ਸਾਰੇ ਸੁੱਖ ਸਹੂਲਤਾਂ ਸਨ, ਸਾਧਨ ਸਨ, ਸਵਾਗਤੀ ਗੇਟ ਬਣਾਏ ਹਨ, ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰੇ ਹਨ ਰਾਜੇ ਨੇ। ਆਪਣੇ ਅਹਿਲਕਾਰ ਮੰਤਰੀ ਸ਼ੰਤਰੀ ਰਸਤੇ ਵਿੱਚ ਆਓ ਭਗਤ ਲਈ ਖਿਲਾਰੇ ਹਨ। ਦੂਸਰੇ ਪਾਸੇ ਦਾਸੀ ਪੁੱਤਰ ਵਿਦਰ ਨੂੰ ਪਤਾ ਲੱਗਾ ਕਿ ਭਗਵਾਨ ਕ੍ਰਿਸ਼ਨ ਨੇ ਆਉਣਾ ਹੈ। ਮਨੋ ਮਨੀ ਅਰਦਾਸਾਂ ਬੇਨਤੀਆਂ ਕਰਦਾ ਹੈ। हाथी की पुकार पल पहुँचत ताहे, चीटी की पुकार पहले ही सुनीयत है। उस भगवान के दर के उत्ते भाव के मन की गरीबी मन के बाबत लिखिया है कि उस भगवान के दर के उत्ते अकाल पुरख वाहिगुरू के दर के उत्ते हाथी की जो चीक है, जो जंगल में हाथी अपने मस्ती में आन करके चीक मारता है, दहाड़ता है, सारे जंगल में उसकी आवाज़ पहुँचती है, पर जो कीड़ी है उसकी आवाज़ ਕੰਨਾਂ ਦੇ ਨਾਲ ਸੁਣਾਈ ਨਹੀਂ ਦਿੱਤੀ ਜਾ ਸਕਦੀ। ਉਸ ਭਗਵਾਨ ਦੇ ਦਰ ਦੇ ਉੱਤੇ ਹਾਥੀ ਦੀ ਪੁਕਾਰ ਤਾਂ ਭਾਵੇਂ ਬਾਅਦ 'ਚ ਪਹੁੰਚੇ, ਪਰ ਕੀੜੀ ਦੀ ਪੁਕਾਰ ਪਹਿਲੇ ਹੀ ਸੁਨੀਅਤ ਹੈ, ਚੀਟੀ ਦੀ ਪੁਕਾਰ ਪਹਿਲੇ ਹੀ ਸੁਣੀ। ਤੇ ਇਸ ਤੋਂ ਭਾਵ ਹੈ ਕਿ ਜੋ ਮਨ ਰੂਪੀ ਆਪਣਾ ਨੀਵਾਂ ਕਰਕੇ ਮਨ ਨੂੰ ਭਾਵ ਕਿ ਗਰੀਬੀ ਵਿੱਚ ਆਣ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਕੋਈ ਵੀ ਹੋਵੇ ਭਾਵੇਂ ਅਰਦਾਸ ਬੇਨਤੀ ਕਰਦਾ ਹੈ, ਉਸ ਦੀ ਪਹਿਲਾਂ ਸੁਣੀ ਜਾਂਦੀ ਹੈ। ਭਾਵ ਕਿ ਹਾਥੀ ਵਰਗਾ ਹੰਕਾਰ ਨਾ ਹੋਵੇ, ਗਰਜ ਨਾ ਹੋਵੇ। ਮਹਾਂਪੁਰਸ਼ ਕਿਹਾ ਕਰਦੇ ਸਨ, ਭਾਈ ਜਿਹੜੀ ਮਨ ਦੀ ਅਰਦਾਸ ਹੁੰਦੀ ਹੈ, ਦਿਲੋਂ ਨਿਕਲੀ ਹੋਈ ਅਰਦਾਸ ਹੁੰਦੀ ਹੈ, ਉਹ ਜਲਦੀ ਪ੍ਰਵਾਨ ਹੋ ਜਾਇਆ ਕਰਦੀ। ਇੱਕ ਅਖਰੀ ਅਰਦਾਸ ਹੁੰਦੀ ਹੈ, ਇੱਕ ਮਨ ਦੀ ਅਰਦਾਸ ਹੁੰਦੀ ਹੈ, ਮਨ ਦੇ ਵਲੇਵੇ ਹੁੰਦੇ ਹਨ। ਇਸ ਤਰ੍ਹਾਂ ਇਸ ਬਿਦਰ ਨੇ ਮਨੋ ਮਨੀ ਅਰਦਾਸ ਬੇਨਤੀ ਕਰਦਾ ਹੈ, ਭਗਵਾਨ ਜੀ ਤੁਸੀਂ ਰਾਜੇ ਦੇ ਆਉਣਾ ਹੈ, ਪਰ ਮੇਰੇ ਗਰੀਬ ਦੀ ਕੁੱਲੀ ਵਿੱਚ ਵੀ ਚਰਨ ਪਾਇਓ। ਮੈਂ ਤੁਹਾਨੂੰ ਉਸ ਦੇ ਵਾਂਗ ਆਦਰ ਨਹੀਂ ਦੇ ਸਕਦਾ,
ਉਸ ਦੇ ਵਾਂਗ ਤੁਹਾਡਾ ਸਵਾਗਤ ਨਹੀਂ ਕਰ ਸਕਦਾ, ਪਰ ਫਿਰ ਸੋਚਦਾ ਹੈ ਕਿ ਭਗਵਾਨ ਜੀ ਰਾਜਿਆਂ ਦੇ ਆਉਣ ਵਾਲੇ ਹਨ, ਮਹਾਰਾਜਿਆਂ ਦੇ ਆਉਣ ਵਾਲੇ ਹਨ, ਮੇਰੇ ਗਰੀਬ ਦੀ ਕੁੱਲੀ ਵਿੱਚ ਆਉਣਗੇ ਕਿ ਨਹੀਂ ਆਉਣਗੇ। ਇਸ ਤਰ੍ਹਾਂ ਅਰਦਾਸਾਂ ਕਰਦਾ ਹੈ। ਸਾਡੀ ਕੱਖਾਂ ਦੀ ਕੁਲੀ ਨੂੰ ਭਾਗ ਲਾਓ, ਰਾਜਿਆਂ ਦੀ ਜਾਣ ਵਾਲਿਓ। ਕੱਖਾਂ ਦੀ ਕੁਲੀ ਨੂੰ ਭਾਗ ਲਾਓ, ਰਾਜਿਆਂ ਦੇ ਜਾਣ ਵਾਲਿਓ। ਸਾਡੀ ਕੱਖਾਂ ਦੀ ਕੁਲੀ ਨੂੰ ਭਾਗ ਲਾਓ, ਰਾਜਿਆਂ ਦੇ ਜਾਣ ਵਾਲਿਓ। ਸਾਡੀ ਕੱਖਾਂ ਦੀ ਕੁਲੀ ਨੂੰ ਭਾਗ ਲਾਓ, ਰਾਜਿਆਂ ਦੇ ਜਾਣ ਵਾਲਿਓ। ਇਸ ਤਰ੍ਹਾਂ ਅਰਦਾਸਾਂ ਬੇਨਤੀਆਂ ਕਰਦਾ ਹੈ। ਜਦੋਂ ਭਗਵਾਨ ਜੀ ਦੇ ਆਉਣ ਦਾ ਸਮਾਂ ਹੋਇਆ, ਆ ਰਹੇ ਹਨ, ਜਿਸ ਰਸਤੇ ਥਾਣੀ ਦੁਰਯੋਧਨ ਨੇ ਰਸਤਾ ਬਣਾਇਆ ਹੋਇਆ ਸੀ, ਉਸ ਨੂੰ ਛੱਡ ਕਰਕੇ ਭਗਵਾਨ ਜੀ ਸਿੱਧੇ ਬਿਦਰ ਦੀ ਕੁਟੀਆ ਵਿੱਚ ਚਲੇ ਜਾਂਦੇ ਹਨ। ਜਾ ਕਰਕੇ ਆਪਣੇ ਭਗਤ ਨੂੰ ਦਰਸ਼ਨ ਦਿੱਤੇ, ਪ੍ਰਸ਼ਾਦਾ ਪਾਣੀ ਛਕਿਆ। ਦਿਨ ਚੜ੍ਹਿਆ। ਉਧਰ ਦੁਰਯੋਧਨ ਉਡੀਕਾਂ ਕਰ ਰਿਹਾ ਹੈ ਕਿ ਭਗਵਾਨ ਜੀ ਨੇ ਆਉਣਾ ਹੈ। ਦਿਨ ਚੜੇ ਪਤਾ ਲੱਗਾ ਕਿ ਭਗਵਾਨ ਜੀ ਉਸ ਦਾਸੀ ਪੁੱਤਰ ਬਿਦਰ ਦੀ ਕੁੱਲੀ ਵਿੱਚ ਰਾਤ ਰਹੇ ਹਨ। ਮਨ ਵਿੱਚ ਹੰਕਾਰ ਹੈ, ਰਾਜ ਹੰਕਾਰ ਹੋਇਆ ਕਰਦਾ ਹੈ। ਜਦੋਂ ਭਗਵਾਨ ਜੀ ਇਸ ਦੇ ਮਹਿਲਾਂ ਵਿੱਚ ਪਹੁੰਚਦੇ ਹਨ, ਭਾਈ ਗੁਰਦਾਸ ਜੀ ਇਸ ਬਾਬਤ ਲਿਖਦੇ ਹਨ। ਆਇਆ ਸੁਣਿਆ ਬਿਦਰ ਦੇ ਬੋਲੇ, ਦੁਰਯੋਧਨ ਹੋਏ ਰੁੱਖਾ। ਜਦੋਂ ਦੁਰਯੋਧਨ ਨੂੰ ਪਤਾ ਲੱਗਾ ਕਿ ਭਗਵਾਨ ਕ੍ਰਿਸ਼ਨ ਜੀ ਬਿਦਰ ਦੇ ਕੁੱਲੀ ਵਿੱਚ ਰਾਤ ਰਹੇ ਹਨ, ਰੁੱਖੇ ਬੋਲ ਬੋਲਦਾ ਹੈ, ਭਾਵ ਕਿ ਗੁੱਸਾ ਹੋ ਕਰਕੇ ਭਗਵਾਨ ਜੀ ਨੂੰ ਕਹਿੰਦਾ ਹੈ, ਆਇਆ ਸੁਣਿਆ ਬਿਦਰ ਦੇ ਬੋਲੇ, ਦੁਰਯੋਧਨ ਹੋਏ ਰੁੱਖਾ। ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਹੇ ਕੇ ਸੁਖਾ। ਕਿ ਉਸ ਗੋਲੇ ਦੇ ਘਰ ਜਾ ਕਰਕੇ, ਭਾਵ ਕਿ ਗਰੀਬ ਦੇ ਘਰ ਜਾ ਕਰਕੇ ਤੁਹਾਨੂੰ ਕੀ ਸੁਖ ਪ੍ਰਾਪਤ ਹੋਇਆ। ਮੈਂ ਇੱਧਰ ਤਿਆਰੀਆਂ ਕਰੀਆਂ ਹੋਈਆਂ ਸਨ, ਤੁਹਾਨੂੰ ਉਡੀਕਣ ਵਾਸਤੇ ਅਹਿਲਕਾਰ ਖੜਾਏ ਹੋਏ ਸਨ, ਸਵਾਗਤ ਦੀ ਗੇਟ ਬਣਾਏ ਹੋਏ ਸਨ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਹੋਏ ਸਨ। ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਹੇ ਕੇ ਸੁਖਾ। ਭੀਖ ਮੰਦਰੋਣਾ ਕਰਨ ਤਜ ਸਭਾ ਸਿੰਗਾਰ। ਵੱਡੇ ਮਨੁੱਖਾ, ਵੱਡੇ ਵੱਡੇ ਜੋ ਮੰਤਰੀ ਸ਼ੰਤਰੀ ਸਨ, ਸਾਰੇ ਹੀ ਤੁਹਾਡੇ ਸਵਾਗਤ ਲਈ ਖੜੇ ਹੋਏ ਸਨ। ਚੁੰਗੀ ਜਾਏ ਵਲਾਏ ਉਹਨਾਂ ਸਭਨਾ ਦੇ ਜੀ ਅੰਦਰ ਤੁਖਾ। ਅੱਗੋਂ ਭਗਵਾਨ ਜੀ ਜਵਾਬ ਦਿੰਦੇ ਹਨ। ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ। ਹੇ ਰਾਜਨ, ਸਾਡੇ ਸਨਮੁਖ ਹੋ ਕਰਕੇ, ਸਾਹਮਣੇ ਹੋ ਕਰਕੇ ਸੁਣ। ਤੇਰੇ ਭਾਉ ਨਾ ਦਿਸਹੀ, ਮੇਰੇ ਨਾਹੀ ਅਪਦਾ ਦੁਖਾ। ਜਿਹੜੀ ਭਾਵਨਾ ਉਸ ਗਰੀਬ ਦੇ ਅੰਦਰ ਸੀ, ਉਹ ਤੇਰੇ ਅੰਦਰ ਨਹੀਂ ਸੀ। ਤੇਰੇ ਅੰਦਰ ਰਾਜ ਹੰਕਾਰ ਸੀ, ਰਾਜ ਮਦ ਸੀ। ਉਸ ਗਰੀਬ ਦੇ ਅੰਦਰ ਪਿਆਰ ਸੀ। ਤੇਰੇ ਭਾਉ ਨਾ ਦਿਸਹੀ, ਮੇਰੇ ਨਾਹੀ ਅਪਦਾ ਦੁਖਾ। ਭਾਉ ਜਿਵੇਹਾ ਬਿਦਰ ਦੇ, ਹੋਰੀ ਦੇ ਚਿਤ ਚਾਉ ਨਾ ਚੁਖਾ। ਗੋਬਿੰਦ ਭਾਉ ਭਗਤ ਦਾ ਭੁਖਾ। ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ। ਉਹ ਗਰੀਬ ਮੋਹਿ ਭਾਵੈ। ਭਗਵਾਨ ਜੀ ਦੁਰਯੋਧਨ ਨੂੰ ਇਸ ਤਰ੍ਹਾਂ ਜਵਾਬ ਦੇ ਰਹੇ ਹਨ। ਰਾਜਨਾ ਅਸੀਂ ਤੇਰੇ ਕਾਨੂੰ ਆਵਣਾ। ਰਾਜਨਾ ਅਸੀਂ ਤੇਰੇ ਕਾਨੂੰ ਆਵਣਾ।
ਰਾਜਨਾ ਅਸੀਂ ਤੇਰੇ ਕਾਨੂੰ ਆਵਣਾ, ਰਾਜਨਾ ਅਸੀਂ ਤੇਰੇ ਕਾਨੂੰ ਆਵਣਾ। ਕਾਨੂੰ ਲੱਗਦੇ ਬਿਦਰ ਜੀ ਪਿਆਰੇ, ਕਾਨੂੰ ਲੱਗਦੇ ਬਿਦਰ ਜੀ ਪਿਆਰੇ। ਕਾਨੂੰ ਲੱਗਦੇ ਬਿਦਰ ਜੀ ਪਿਆਰੇ, ਕਾਨੂੰ ਲੱਗਦੇ ਬਿਦਰ ਜੀ ਪਿਆਰੇ। ਲੱਗਦੇ ਬਿਦਰ ਜੀ ਪਿਆਰੇ, ਲੱਗਦੇ ਬਿਦਰ ਜੀ ਪਿਆਰੇ, ਸਾਨੂੰ ਲੱਗਦੇ ਬਿਦਰ ਜੀ ਪਿਆਰੇ। ਰਾਜਨਾ ਅਸੀਂ ਤੇਰੇ ਕਾਨੂੰ ਆਵਣਾ, ਰਾਜਨਾ ਅਸੀਂ ਤੇਰੇ ਕਾਨੂੰ ਆਵਣਾ। ਰਾਜਨਾ ਅਸੀਂ ਤੇਰੇ ਕਾਨੂੰ ਆਵਣਾ, ਰਾਜਨਾ ਅਸੀਂ ਤੇਰੇ ਕਾਨੂੰ ਆਵਣਾ। ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ। ਹਸਤੀ ਦੇਖ ਭਰਮ ਤੇ ਭੋਲਾ, ਸ੍ਰੀ ਭਗਵਾਨ ਨਾ ਜਾਣਿਆ। ਭਗਵਾਨ ਜੀ ਜਵਾਬ ਦੇ ਰਹੇ ਹਨ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਕਿ ਤੇਰੇ ਦੁੱਧ ਦੇ ਬਰਾਬਰ ਸਾਡੇ ਭਗਤ ਦਾ ਪਾਣੀ ਹੈ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਕਬੀਰ ਕੋ ਠਾਕੁਰ ਅਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਦੂਸਰੇ ਪਾਸੇ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਰਿਸ਼ਤੇ ਵਿੱਚ ਸਾਂਢੂ ਔਰ ਸਾਲੀ ਸਾਹਿਬ ਲੱਗਦੇ ਭਾਈ ਸਾਈਂ ਦਾਸ ਜੀ, ਬੀਬੀ ਰਾਮੋ ਜੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ ਹੋਇਆ ਹੈ। ਅੱਖਾਂ ਬੰਦ ਕਰਕੇ, ਨੇਤਰ ਬੰਦ ਕਰਕੇ ਬੈਠੇ ਹੋਏ ਹਨ, ਸਤਿਗੁਰਾਂ ਨੂੰ ਯਾਦ ਕਰ ਰਹੇ ਹਨ। ਮਹਾਰਾਜ ਕਿਰਪਾ ਕਰੋ, ਆਪ ਜੀ ਬਿਨ ਬੋਲਿਆਂ ਸਭ ਕੁਛ ਜਾਣਦਾ, ਦਿਲਾਂ ਦੀਆਂ ਜਾਣਨਹਾਰ ਹੋ। ਕਿਰਪਾ ਕਰਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਸਾਡੇ ਗ੍ਰਹਿ ਵਿਖੇ ਚਰਨ ਪਾਓ। ਸਤਿਗੁਰਾਂ ਨਾਲ ਕੋਈ ਵੀ ਦਿਲੋਂ ਯਾਦ ਕਰਦਾ ਹੈ, ਪਾਤਸ਼ਾਹ ਹਾਜ਼ਰ ਹੁੰਦੇ ਹਨ। ਪਹਿਲੇ ਸਮਿਆਂ ਵਿੱਚ ਦਸਾਂ ਪਾਤਸ਼ਾਹੀਆਂ ਨੇ ਸਰੀਰਕ ਰੂਪ ਦੇ ਵਿੱਚ ਦਰਸ਼ਨ ਦਿੱਤੇ। ਹੁਣ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕਨਾ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਰੂਪ ਵਿੱਚ ਦਰਸ਼ਨ ਦਿੰਦੇ ਹਨ। ਯੂਪੀ ਦੀ ਬਾਤ ਹੈ, ਥੋੜ੍ਹੇ ਸਮੇਂ ਦੀ ਬਾਤ ਹੈ, ਜ਼ਿਆਦਾ ਪੁਰਾਣੀ ਨਹੀਂ ਹੈ, ਹੁਣ ਦੇ ਸਮੇਂ ਦੀ। ਇੱਕ ਸਿੱਖ ਫੌਜ ਵਿੱਚੋਂ ਰਿਟਾਇਰ ਹੋਇਆ ਹੈ, ਸਤਿਗੁਰਾਂ 'ਤੇ ਪੂਰੀ ਸ਼ਰਧਾ ਹੈ, ਭਾਵਨਾ ਹੈ, ਆਪਣੇ ਘਰ ਬੈਠਾ ਹੋਇਆ ਹੈ। ਉਸ ਦੇ ਜੋ 2-3 ਮਿੱਤਰ ਆ ਗਏ ਘਰ, ਜਿੱਥੇ ਹੁਣ ਕੋਈ ਗੁਰਸਿੱਖ ਪਿਆਰਾ ਬੈਠਾ ਹੋਵੇਗਾ, ਉੱਥੇ ਉਸ ਤਰ੍ਹਾਂ ਦੀਆਂ ਗੱਲਾਂ ਚੱਲਣਗੀਆਂ। ਜਿੱਥੇ ਕੋਈ ਬਿਜ਼ਨਸਮੈਨ ਬੈਠਾ ਹੋਵੇਗਾ, ਉੱਥੇ ਬਿਜ਼ਨਸ ਦੀਆਂ ਗੱਲਾਂ ਚੱਲਣਗੀਆਂ। ਜਿੱਥੇ ਕੋਈ ਚੋਰ ਠੱਗ ਬੈਠੇ ਹੋਣਗੇ, ਉੱਥੇ ਉਸੇ ਤਰ੍ਹਾਂ ਦੀ ਵਿਚਾਰ ਚਰਚਾ ਹੁੰਦੀ ਹੋਵੇਗੀ। ਇਹ ਫੌਜੀ ਗੁਰਸਿੱਖ ਵੀਰ ਬੈਠਾ ਹੋਇਆ ਹੈ। ਇਸ ਦੇ ਮਿੱਤਰ ਆਏ ਜੋ ਦੂਸਰੇ ਧਰਮ ਦੇ ਸਨ, ਆਣ ਮੱਤ ਵਾਲੇ ਸਨ। ਗੱਲਾਂ ਕਰਦਿਆਂ ਹੋਇਆਂ ਕੀ ਵਿਚਾਰ ਚੱਲੀ ਹੈ, ਉਹ ਕਹਿ ਰਹੇ ਹਨ, ਜੋ ਸਾਡੇ ਗੁਰੂ ਹਨ, ਅਸੀਂ ਜਿਨ੍ਹਾਂ ਪਾਸ ਜਾਂਦੇ ਹਾਂ, ਉਹਨਾਂ ਨੂੰ ਕਹਿ ਕਰਕੇ ਆਈਏ ਕਿ ਸਾਡੇ ਘਰ ਆਓ। ਉਹ ਆ ਜਾਂਦੇ ਹਨ, ਆਪ ਆ ਜਾਂਦੇ ਹਨ, ਫੋਨ ਕਰੀ ਆ ਜਾਂਦੇ ਹਨ। ਉਹ ਫੌਜੀ ਵੀਰ ਨੂੰ ਕਹਿ ਰਹੇ ਹਨ ਕਿ ਜਿਹੜਾ ਤੁਹਾਡਾ ਗੁਰੂ ਹੈ, ਭਾਵ ਕਿ ਉਹ
ਉਸ ਗੁਰਸਿੱਖ ਫੌਜੀ ਨੂੰ ਕਹਿ ਰਹੇ ਹਨ, ਤੁਹਾਡਾ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਬਤ ਕਹਿ ਰਹੇ ਸਨ ਕਿ ਉਹਨਾਂ ਨੂੰ ਜਾ ਕਰਕੇ ਲਿਆਉਣਾ ਪੈਂਦਾ ਹੈ, ਆਪ ਨਹੀਂ ਆਉਂਦੇ। ਕਿ ਪਾਠੀ ਸਿੰਘ ਜਾਣਗੇ, ਮਹਾਰਾਜ ਦਾ ਸਵਾਰਾ ਘਰ ਲੈ ਕਰਕੇ ਆਉਣਗੇ। ਜੋ ਸਾਡੇ ਹਨ ਉਹ ਆਪੇ ਆ ਜਾਂਦੇ ਹਨ। ਬਹਿਸਬਾਜ਼ੀ ਚੱਲ ਰਹੀ ਹੈ। ਉਸ ਗੁਰਸਿੱਖ ਫੌਜੀ ਦੇ ਮਨ ਵਿੱਚ ਫੁਰਨਾ ਫੁਰਿਆ। ਉਸਨੇ ਕਿਹਾ, ਨਹੀਂ, ਸਾਡੇ ਸਤਿਗੁਰੂ ਨੂੰ ਕੋਈ ਵੀ ਯਾਦ ਕਰਦਾ ਹੈ, ਆਪੇ ਹੀ ਆ ਜਾਂਦੇ ਹਨ। ਗੱਲ ਬਹਿਸ ਵਿੱਚ ਪੈ ਗਈ। ਉਸ ਵੀਰ ਨੇ ਕਿਹਾ ਕਿ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੁਸੀਂ ਕਹਿ ਰਹੇ ਹੋ ਜਾ ਕਰਕੇ ਲਿਆਉਣਾ ਪੈਂਦਾ ਹੈ, ਆਪੋ ਆਪਣੀ ਵਿਚਾਰ ਹੈ। ਪਰ ਨਹੀਂ, ਜੇ ਸਤਿਗੁਰਾਂ ਨੂੰ ਕੋਈ ਦਿਲੋਂ ਯਾਦ ਕਰੇਗਾ, ਪਾਤਸ਼ਾਹ ਹੁਣ ਵੀ ਆਪੇ ਜਾ ਕਰਕੇ ਦਰਸ਼ਨ ਦੇਣਗੇ। ਉੱਥੇ ਬੈਠਿਆਂ ਹੋਇਆਂ ਬਹਿਸ ਵਿੱਚ ਗੱਲ ਬਦਲ ਗਈ। ਉਸਨੇ ਕਿਹਾ ਕਿ ਠੀਕ ਹੈ, ਆਪਾਂ ਇੱਥੇ ਬੈਠੇ ਹੋਏ ਹਾਂ, ਨਾ ਤੂੰ ਜਾਣਾ ਹੈ ਕਿਤੇ, ਨਾ ਅਸੀਂ ਜਾਣਾ ਹੈ ਕਿਤੇ। ਤੂੰ ਆਪਣੇ ਸਤਿਗੁਰਾਂ ਨੂੰ ਯਾਦ ਕਰ ਕਿ ਤੇਰੇ ਸਤਿਗੁਰੂ ਇਸ ਸਮੇਂ ਆ ਜਾਣਗੇ। ਉਸ ਵੀਰ ਦੇ ਮਨ ਵਿੱਚ ਵਿਸ਼ਵਾਸ ਵੱਜ ਗਿਆ। ਉਸਨੇ ਕਿਹਾ, ਹਾਂ ਜ਼ਰੂਰ ਆ ਜਾਣਗੇ। ਬਚਨ ਕਰ ਦਿੱਤਾ ਗੁਰਸਿੱਖ ਨੇ ਕਿ ਮੈਂ ਇੱਥੇ ਬੈਠਾ ਹਾਂ, ਮੈਂ ਸਤਿਗੁਰਾਂ ਨੂੰ ਯਾਦ ਕਰਾਂਗਾ, ਪਾਤਸ਼ਾਹ ਮੇਰੇ ਘਰ ਚਰਨ ਪਾ ਦੇਣਗੇ। ਉਹ ਹੈਰਾਨ ਹਨ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਗੁਰੂ ਘਰ ਜਾਣਗੇ, ਪਾਠੀ ਸਿੰਘ ਨੂੰ ਬੇਨਤੀ ਕਰਨਗੇ, ਸਮਾਂ ਲੈਣਗੇ, ਫਿਰ ਸਤਿਗੁਰਾਂ ਦਾ ਸਵਾਰਾ ਆਵੇਗਾ। ਇਹ ਇੱਥੇ ਬੈਠਾ ਹੀ ਕਹਿ ਰਿਹਾ ਕਿ ਮੈਂ ਸਤਿਗੁਰਾਂ ਨੂੰ ਯਾਦ ਕਰਾਂਗਾ ਤੇ ਪਾਤਸ਼ਾਹ ਮੇਰੇ ਘਰ ਚਰਨ ਪਾਉਣਗੇ। ਉਹ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ, ਪਾਤਸ਼ਾਹ ਆਪ ਜੀਆਂ ਦਾ ਬਿਦਰ ਹੈ, ਮੈਂ ਬਚਨ ਕੀਤਾ ਹੈ ਕਿ ਮੈਂ ਤੁਹਾਨੂੰ ਯਾਦ ਕਰਾਂਗਾ ਤੇ ਤੁਸੀਂ ਮੇਰੇ ਘਰ ਚਰਨ ਪਾਓਗੇ। ਮੇਰੀ ਲਾਜਪਤ ਤੁਸਾਂ ਨੇ ਰੱਖਣੀ ਹੈ। ਦੇਵਨੀਤ ਦੇ ਨਾਲ ਕੀ ਹੋਇਆ ਕਿ ਆਪ ਜੀ ਜਾਣਦੇ ਹੋ ਕਿ ਯੂਪੀ ਵਿੱਚ ਗੁਰੂ ਘਰ ਵਿਰਲੇ ਹੁੰਦੇ ਹਨ। ਬਾਹਰ ਜਿਹੜੇ ਪੰਜਾਬੀ ਵੀਰ ਸਾਡੇ ਹਨ ਉਹ ਦੂਰ ਦੂਰ ਡੇਰਿਆਂ 'ਤੇ ਰਿਹਾ ਕਰਦੇ ਹਨ। ਅਗਲੇ ਨਗਰ ਵਿੱਚ ਕਿਤੇ ਸਤਿਗੁਰਾਂ ਦਾ ਸਵਾਰਾ ਗਿਆ ਹੋਇਆ ਸੀ। ਉੱਥੇ ਭੋਗ ਪਾ ਕਰਕੇ ਪਾਠੀ ਸਿੰਘ ਵਾਪਸ ਲੈ ਕਰਕੇ ਆ ਰਹੇ ਹਨ। ਇਸ ਨੂੰ ਨਹੀਂ ਸੀ ਪਤਾ ਕਿ ਸਤਿਗੁਰਾਂ ਦਾ ਸਵਾਰਾ ਅੱਗੇ ਗਿਆ ਹੋਇਆ ਹੈ। ਜਦੋਂ ਇਸ ਦੇ ਘਰ ਦੇ ਲਾਗੇ ਆਏ, ਦੇਵਨੇਤ ਦੇ ਨਾਲ ਬਾਰਿਸ਼ ਪੈਣੀ ਸ਼ੁਰੂ ਹੋ ਗਈ। ਟਰਾਲੀ ਵਿੱਚ ਮਹਾਰਾਜ ਦਾ ਸਰੂਪ ਸੀ। ਉਹਨਾਂ ਨੇ ਕਿਹਾ ਕਿ ਬਾਰਿਸ਼ ਕਰਕੇ ਭਿੱਜ ਜਾਵੇਗਾ ਮਹਾਰਾਜ ਜੀਆਂ ਦਾ, ਸਤਿਗੁਰਾਂ ਦਾ ਸਰੂਪ। ਕਿਉਂ ਨਾ ਹੋਵੇ, ਇਹ ਸਿੱਖ ਦਾ ਘਰ ਹੈ, ਇਸ ਦੇ ਘਰ ਸਤਿਗੁਰਾਂ ਦਾ ਪ੍ਰਕਾਸ਼ ਕੁਝ ਸਮੇਂ ਲਈ ਕੀਤਾ ਜਾਵੇ। ਜਦੋਂ ਬਾਰਿਸ਼ ਹਟੇਗੀ ਫਿਰ ਅੱਗੇ ਲੈ ਜਾਵਾਂਗੇ। ਅੰਦਰ ਇਹਨਾਂ ਦੀ ਵਾਰਤਾ ਚੱਲ ਰਹੀ ਹੈ। ਦੂਸਰੇ ਪਾਸੇ ਸਿੰਘਾਂ ਨੇ ਇਸ ਦਾ ਦਰਵਾਜ਼ਾ ਖੜਕਾਇਆ, ਦੱਸਿਆ ਕਿ ਸਤਿਗੁਰਾਂ ਦਾ ਸਰੂਪ ਹੈ, ਬਾਰਿਸ਼ ਆ ਗਈ ਹੈ, ਆਪ ਜੀਆਂ ਦੇ ਘਰ ਕੁਝ ਸਮੇਂ ਲਈ ਉਤਾਰਾ ਕਰਨਾ ਹੈ। ਉਹ ਸਿੱਖ ਉਧਰ ਅਰਦਾਸਾਂ ਬੇਨਤੀਆਂ ਕਰ ਰਿਹਾ ਹੈ ਤੇ ਇੱਧਰ ਸਤਿਗੁਰਾਂ ਨੇ ਉਸ ਦੇ ਘਰ ਆਣ ਕੇ ਚਰਨ ਪਾਏ। ਭਾਵ ਕਿ ਮਨ ਵਿੱਚ ਸ਼ਰਧਾ ਹੋਵੇ, ਭਾਵਨਾ ਹੋਵੇ, ਹੁੰਦੇ ਸਮੇਂ ਵਿੱਚ ਵੀ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਪੂਰੀ ਕਰਦੇ ਹਨ, ਬਸ਼ਰਤੇ ਕਿ ਮਨ ਦੀ ਗਰੀਬੀ ਹੋਵੇ, ਮਨ ਵਿੱਚ ਸੱਚੀ ਭਾਵਨਾ ਹੋਵੇ, ਉਤੋਂ ਗੱਲਾਂ ਬਾਤਾਂ ਦੇ ਨਾਲ ਨਾ ਹੋਵੇ। ਇਸੇ ਤਰ੍ਹਾਂ ਭਾਈ ਸਾਈਂ ਦਾਸ ਬੀਬੀ ਰਾਮੋ ਜੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਬੇਨਤੀਆਂ ਕਰ ਰਹੇ ਹਨ। ਦੋਵੇਂ ਨੈਣ ਲੋਚਦੇ ਮੇਰੇ ਤੇਰਿਆਂ ਦੀਦਾਰਿਆਂ ਨੂੰ, ਦੋਵੇਂ ਨੈਣ ਲੋਚਦੇ ਮੇਰੇ ਤੇਰਿਆਂ ਦੀਦਾਰਿਆਂ ਨੂੰ। ਦੋਵੇਂ ਨੈਣ ਲੋਚਦੇ ਮੇਰੇ ਤੇਰਿਆਂ ਦੀਦਾਰਿਆਂ ਨੂੰ, ਦੋਵੇਂ ਨੈਣ ਲੋਚਦੇ ਮੇਰੇ ਤੇਰਿਆਂ ਦੀਦਾਰਿਆਂ ਨੂੰ।
ਦੀਦਾਰਿਆਂ ਨੂੰ ਜੀ ਤੇਰਿਆਂ ਜੀ ਦੀਦਾਰਿਆਂ ਨੂੰ ਤੇਰਿਆਂ ਜੀ ਦੀਦਾਰਿਆਂ ਨੂੰ ਤੇਰਿਆਂ ਜੀ ਦੀਦਾਰਿਆਂ ਨੂੰ ਦੋਵੇਂ ਨੈਣ ਲੋਚਦੇ ਮੇਰੇ ਤੇਰਿਆਂ ਦੀਦਾਰਿਆਂ ਨੂੰ ਦੋਵੇਂ ਨੈਣ ਲੋਚਦੇ ਮੇਰੇ ਤੇਰਿਆਂ ਦੀਦਾਰਿਆਂ ਨੂੰ ਇਹਨਾਂ ਦੀ ਬੇਨਤੀਆਂ ਪ੍ਰਵਾਨ ਕਰਦਿਆਂ ਹੋਇਆਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਇਹਨਾਂ ਦੇ ਗ੍ਰਹਿ ਵਿਖੇ ਆਏ ਹਨ। ਆਣ ਕਰਕੇ ਸਿਰ ਤੇ ਹੱਥ ਰੱਖਿਆ, ਕਿਹਾ ਭਾਈ ਅੱਖਾਂ ਖੋਲੋ। ਜਿਨ੍ਹਾਂ ਨੂੰ ਅੰਦਰ ਯਾਦ ਕਰ ਰਹੇ ਹੋ ਉਹ ਤੁਹਾਡੇ ਸਾਹਮਣੇ ਖੜੇ ਹਨ। ਇਹਨਾਂ ਨੇ ਅੱਖਾਂ ਖੋਲੀਆਂ, ਸਤਿਗੁਰਾਂ ਦੇ ਦਰਸ਼ਨ ਕੀਤੇ। ਸਤਿਗੁਰ ਦਰਸ਼ਨ ਕਰਕੇ ਤੇਰੇ ਮਨ ਨਿਹਾਲ ਹੋ ਗਿਆ। ਸਤਿਗੁਰ ਦਰਸ਼ਨ ਕਰਕੇ ਤੇਰੇ ਮਨ ਨਿਹਾਲ ਹੋ ਗਿਆ। ਸਤਿਗੁਰ ਦਰਸ਼ਨ ਕਰਕੇ ਤੇਰੇ ਮਨ ਨਿਹਾਲ ਹੋ ਗਿਆ। ਦਰਸ਼ਨ ਕਰਕੇ ਤੇਰੇ ਮਨ ਨਿਹਾਲ ਹੋ ਗਿਆ। ਨਿਹਾਲ ਹੋ ਗਿਆ ਮਨ ਨਿਹਾਲ ਹੋ ਗਿਆ। ਨਿਹਾਲ ਹੋ ਗਿਆ ਮਨ ਨਿਹਾਲ ਹੋ ਗਿਆ। ਮਨ ਨਿਹਾਲ ਹੋ ਗਿਆ। ਮਨ ਨਿਹਾਲ ਹੋ ਗਿਆ। ਸਤਿਗੁਰ ਦਰਸ਼ਨ ਕਰਕੇ ਤੇਰੇ ਮਨ ਨਿਹਾਲ ਹੋ ਗਿਆ। ਦਰਸ਼ਨ ਕਰਕੇ ਤੇਰੇ ਮਨ ਨਿਹਾਲ ਹੋ ਗਿਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਹਰ ਦਰਗਹਿ ਕਾ ਬਸੀਠ। ਹਰ ਨਾਮ ਮੰਤਰ ਦਿਰੜਾਏਂਦਾ ਕੱਟੇ ਹਾਂ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ। ਜਿਨ ਤੁਰੇ ਪਿਆ ਸੰਜੋਗ।
ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਸਤਿਗੁਰਾਂ ਨੇ ਦਰਸ਼ਨ ਦਿੱਤੇ। ਇਸ ਭਾਈ ਸਾਈਂ ਦਾਸ ਬੀਬੀ ਰਾਮੋ ਜੀਆਂ ਦੇ ਗ੍ਰਹਿ ਵਿਖੇ ਸਤਿਗੁਰੂ ਲੰਮਾ ਸਮਾਂ ਰਹੇ ਨੇ। ਨਗਰ ਭਾਈ ਕੀ ਡਰੌਲੀ ਵਿਖੇ ਅਸਥਾਨ ਬਣਿਆ ਹੋਇਆ ਹੈ। ਇਤਨੀ ਭਾਵਨਾ ਸੀ, ਇਤਨੀ ਸ਼ਰਧਾ ਸੀ ਸਤਿਗੁਰਾਂ ਦੇ ਉੱਤੇ। ਦੁਨਿਆਵੀ ਰਿਸ਼ਤੇ ਵਜੋਂ ਨਹੀਂ ਸਨ ਜਾਣਦੇ ਸਤਿਗੁਰਾਂ ਨੂੰ। ਸਤਿਗੁਰਾਂ ਦਾ ਰੂਪ ਜਾਣ ਕਰਕੇ ਸੇਵਾ ਕਰਦੇ ਸਨ। ਦਾਸਾਂ ਨੇ ਮਹਾਂਪੁਰਸ਼ਾਂ ਦੇ ਨਾਲ ਦਰਸ਼ਨ ਕੀਤੇ ਹੋਏ ਹਨ। ਉੱਥੇ ਚੁਬਾਰਾ ਬਣਿਆ ਹੋਇਆ ਹੈ ਜਿੱਥੇ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਦਾ ਆਸਣ ਹੋਇਆ ਕਰਦਾ ਸੀ। ਸਪੈਸ਼ਲ ਕਮਰਾ ਸਤਿਗੁਰਾਂ ਵਾਸਤੇ ਇਹਨਾਂ ਨੇ ਬਣਾਇਆ ਹੋਇਆ ਸੀ। ਉਸ ਦੇ ਵਿੱਚ ਜਿਸ ਤਰ੍ਹਾਂ ਲੈਂਟਰ ਦੇ ਵਿੱਚ ਥੋੜ੍ਹਾ ਗੈਪ ਛੱਡਿਆ ਹੋਇਆ ਸੀ, ਮੋਹਰਾ ਛੱਡਿਆ ਹੋਇਆ ਸੀ। ਕਹਿੰਦੇ ਕਿ ਭਾਈ ਸਾਈਂ ਦਾਸ ਥੱਲੋਂ ਸਤਿਗੁਰਾਂ ਨੂੰ ਪੱਖਾ ਝੱਲਿਆ ਕਰਦੇ ਸੀ, ਉੱਪਰ ਨੂੰ ਹਵਾ ਜਾਇਆ ਕਰਦੀ ਸੀ। ਭਾਵ ਕਿ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਸਤਿਗੁਰਾਂ ਦੀ ਸੇਵਾ ਕਰਿਆ ਕਰਦੇ ਸਨ। ਉੱਥੇ ਸਤਿਗੁਰੂ ਲੰਮਾ ਸਮਾਂ ਇਹਨਾਂ ਦੇ ਗ੍ਰਹਿ ਵਿਖੇ ਰਹੇ ਹਨ। ਉੱਥੇ ਹੀ ਸਤਿਗੁਰਾਂ ਦੇ ਮਹਿਲ ਮਾਤਾ ਦਮੋਦਰੀ ਜੀਆਂ ਦਾ ਅਸਥਾਨ ਬਣਿਆ ਹੋਇਆ ਹੈ। ਅੰਤਮ ਸੰਸਕਾਰ ਵੀ ਉੱਥੇ ਹੋਇਆ ਹੈ। ਗੁਰੂ ਪਾਤਸ਼ਾਹ ਮਹਾਰਾਜ ਕਿਸੇ ਚੀਜ਼ ਦੇ ਭੁੱਖੇ ਨਹੀਂ ਹੋਇਆ ਕਰਦੇ। ਮਹਾਂਪੁਰਸ਼ ਕਿਹਾ ਕਰਦੇ ਭਾਈ ਜਿਹੜੇ ਸਤਿਪੁਰਸ਼ ਹੋਇਆ ਕਰਦੇ ਹਨ, ਗੁਰੂ ਪਾਤਸ਼ਾਹ ਹੋਇਆ ਕਰਦੇ ਸਨ। ਭਾਈ ਗੁਰਦਾਸ ਜੀਆਂ ਦਾ ਬਚਨ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ। ਆਪ ਕਿ ਉਸ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਨੂੰ ਜੇ ਭੁੱਖ ਲੱਗਦੀ ਹੈ, ਪ੍ਰੇਮ ਦੀ ਭੁੱਖ ਲੱਗਿਆ ਕਰਦੀ ਹੈ, ਦੁਨਿਆਵੀ ਭੁੱਖ ਨਹੀਂ ਹੋਇਆ ਕਰਦੀ। ਆਪਾਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਆਉਂਦੇ ਹਾਂ, ਆਪੋ ਆਪਣੀ ਸਮਰੱਥਾ ਮੁਤਾਬਕ ਭੇਟਾ ਰੱਖਦੇ ਹਾਂ। ਪਾਤਸ਼ਾਹ ਨਹੀਂ ਕਹਿੰਦੇ ਕਿ ਤੂੰ 10 ਰੱਖਣੇ ਹਨ, ਤੂੰ 20 ਰੱਖਣੇ ਹਨ, ਤੂੰ ਲੱਖ ਦੇਣਾ ਹੈ। ਪਰ ਦੂਸਰੇ ਪਾਸੇ ਮਹਾਂਪੁਰਸ਼ ਕਿਹਾ ਕਰਦੇ ਸਨ, ਭਾਈ ਜੇ ਕਿਸੇ ਨੂੰ ਸਤਿਗੁਰਾਂ ਨੇ, ਅਕਾਲ ਪੁਰਖ ਵਾਹਿਗੁਰੂ ਨੇ ਲੱਖਾਂ ਦੇਣ ਦੀ ਸਮਰੱਥਾ ਦਿੱਤੀ ਹੋਈ ਹੈ, ਜੇ ਉਹ 1 ਰੁਪਇਆ ਰੱਖੇ, ਨਹੀਂ ਭਾਈ ਉਸ ਦਾ 1 ਰੁਪਇਆ ਨਹੀਂ ਪ੍ਰਵਾਨ। ਭਾਵ ਕਿ ਉਸ ਦੇ ਦਿੱਤੇ ਹੋਏ ਵਿੱਚੋਂ ਹੀ ਆਪਾਂ ਸਤਿਗੁਰਾਂ ਨੂੰ ਦੇਣਾ ਹੈ, ਨਮਸਕਾਰ ਕਰਨੀ ਹੈ, ਆਪਣੇ ਕੋਲੋਂ ਕੁਝ ਨਹੀਂ ਦੇਣਾ। ਇੱਕ ਮਿਸਾਲ ਦਿਆ ਕਰਦੇ ਸਨ ਕਿ ਜਿਸ ਤਰ੍ਹਾਂ ਕੋਈ ਬਾਗ ਹੋਵੇ, ਬਾਗ ਦੇ ਰਾਜੇ ਦਾ ਬਾਗ ਹੋਵੇ, ਉੱਥੇ ਤਰ੍ਹਾਂ ਤਰ੍ਹਾਂ ਦੇ ਬੂਟੇ ਲੱਗੇ ਹੋਣ, ਰਾਜੇ ਨੇ ਮਾਲੀ ਰੱਖਿਆ ਹੋਵੇ, ਤਨਖਾਹ ਦੇ ਉੱਤੇ ਉਸ ਨੂੰ ਪੈਸੇ ਦਿੱਤੇ ਜਾਂਦੇ ਹੋਣ, ਉਹਦੀ ਸਾਂਭ ਸੰਭਾਲ ਦੇ। ਰਾਜਾ ਸੈਰ ਕਰਨ ਉਸ ਮਹਿਲ ਦੇ ਵਿੱਚ, ਬਾਗ ਦੇ ਵਿੱਚ ਆਵੇ, ਉਹ ਜਿਹੜਾ ਮਾਲੀ ਹੈ ਉਹ ਉੱਥੋਂ ਫੁੱਲ ਤੋੜ ਕਰਕੇ, ਹਾਰ ਪਰੋ ਕਰਕੇ ਰਾਜੇ ਨੂੰ ਭੇਟ ਕਰੇ, ਫਲ ਤੋੜ ਕਰਕੇ ਰਾਜੇ ਨੂੰ ਖਾਣ ਲਈ ਦੇਵੇ, ਤੇ ਰਾਜਾ ਉਸ 'ਤੇ ਪ੍ਰਸੰਨ ਹੁੰਦਾ ਹੈ। ਜੇ ਕੋਈ ਮਾਲੀ ਕਹੇ ਕਿ ਮੈਂ ਰਾਜੇ ਨੂੰ ਕੁਝ ਦਿੱਤਾ ਹੈ, ਕੁਝ ਭੇਟਾ ਕੀਤਾ ਹੈ, ਨਹੀਂ ਭਾਈ, ਤੂੰ ਉਸ ਦਾ ਰਖਵਾਲਾ ਹੈ, ਉੱਥੇ ਕਿਰਤ ਕਰਨ ਵਾਲਾ ਹੈ। ਬਾਗ ਵੀ ਰਾਜੇ ਦਾ, ਫੁੱਲ ਵੀ ਰਾਜੇ ਦੇ, ਫਲ ਵੀ ਰਾਜੇ ਦੇ। ਤੂੰ ਆਪਣੀ ਮਨ ਦੀ ਜੋ ਭਾਵਨਾ ਹੈ ਉਹ ਪ੍ਰਗਟ ਕੀਤੀ ਹੈ। ਸੋ ਭਾਈ ਜੇ ਸਤਿਗੁਰਾਂ ਨੂੰ ਕੋਈ ਵੀ ਸ਼ਰਧਾ ਭਾਵਨਾ ਦੇ ਨਾਲ ਬੇਨਤੀ ਕਰਦਾ ਹੈ, ਅਰਦਾਸਾਂ ਕਰਦਾ ਹੈ, ਪਾਤਸ਼ਾਹ ਜ਼ਰੂਰ ਹਰ ਇੱਕ ਦੀਆਂ ਪ੍ਰਵਾਨ ਕਰਦੇ ਹਨ, ਬਸ਼ਰਤੇ ਕਿ ਮਨ ਵਿੱਚ ਭਾਵਨਾ ਹੋਵੇ, ਸ਼ਰਧਾ ਹੋਵੇ। ਸਮਾਂ ਆਉਣ 'ਤੇ ਸਾਰੇ ਹੀ ਕਾਰਜ ਸਤਿਗੁਰੂ ਸਫਲ ਕਰਦੇ ਹਨ। ਸੋ ਭਾਈ ਸੇਵਕ ਪਰਿਵਾਰ ਨੇ ਪਾਤਸ਼ਾਹ ਦਾ ਓਟ ਆਸਰਾ ਤੱਕਦਿਆਂ ਹੋਇਆਂ ਨਵੇਂ ਮਕਾਨਾਂ ਵਿੱਚ ਵਾਸਾ ਕਰਨ ਤੋਂ ਪਹਿਲਾਂ ਸਤਿਗੁਰਾਂ ਦਾ ਓਟ ਆਸਰਾ ਤੱਕਦਿਆਂ ਹੋਇਆਂ ਪਾਤਸ਼ਾਹ ਦੇ ਸੰਗਤਾਂ ਦੇ ਚਰਨ ਪਾਏ ਹਨ। ਸੋ ਸਤਿਗੁਰੂ ਕਿਰਪਾ ਕਰਨ, ਸੇਵਕ ਪਰਿਵਾਰ ਦੇ ਸਿਰ 'ਤੇ ਇਸੇ ਤਰ੍ਹਾਂ ਮਿਹਰਾਂ ਭਰਿਆ ਹੱਥ ਰੱਖਣ। ਦੁਨਿਆਵੀ ਵਸਤੂਆਂ ਆਪੇ ਮਿਲ ਜਾਂਦੀਆਂ ਹਨ, ਸਭ ਤੋਂ ਅਮੋਲ ਚੀਜ਼ ਸਤਿਗੁਰੂ ਗੁਰਸਿੱਖੀ ਆਪਣੇ ਦਰ ਘਰ ਦੇ ਨਾਲ ਭਾਈ ਸੇਵਕ ਪਰਿਵਾਰ ਨੂੰ ਜੋੜੀ ਰੱਖਣ। ਬਾਕੀ ਤਾਂ ਮਹਾਂਪੁਰਸ਼ ਕਿਹਾ ਕਰਦੇ ਸਨ, ਭਾਈ ਝੁੰਗੇ ਵਿੱਚ ਹੀ ਸਾਰੀਆਂ ਵਸਤੂਆਂ ਮਿਲ ਜਾਇਆ ਕਰਦੀਆਂ। ਹੁਣ ਸਾਡੇ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਆਪ ਜੀ ਨੂੰ ਕੁਝ ਸਮੇਂ ਦੇ ਲਈ ਕੀਰਤਨ ਦੁਆਰਾ ਨਿਹਾਲ ਕਰਨਗੇ, ਉਪਰੰਤ ਸਮਾਪਤੀ ਹੈ ਜੀ। ਦਾਸਰਿਆਂ ਕੋਲੋਂ ਬੋਲਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ
ਸਤਿਗੁਰੂ ਜੀ ਸੰਗਤ ਅਣਜਾਣ ਬੱਚੇ ਸਮਝ ਕਰਕੇ ਮਾਫ ਕਰ ਲੈਣਾ ਜੀ। ਇਹ ਤੁਹਾਡਾ ਆਪਣਾ ਜਥਾ ਮਹਾਂਪੁਰਸ਼ ਸ੍ਰੀ ਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਬੋੜੀ ਸਾਹਿਬ ਵਾਲਿਆਂ ਦੇ ਸਥਾਨ ਬੋੜੀ ਸਾਹਿਬ ਤੋਂ ਭਾਈ ਸੇਵਾ ਕਰਨ ਆਇਆ ਹੈ। ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਬੇਨਤੀ ਹੈ 9 ਨਵੰਬਰ ਨੂੰ ਮਹਾਂਪੁਰਸ਼ਾਂ ਨੇ ਸਰੀਰ ਛੱਡਿਆ ਸੀ ਭਾਈ। ਸੋ ਉਸ ਦੇ 9 ਨਵੰਬਰ ਨੂੰ ਗੁਰਦੁਆਰਾ ਬੋੜੀ ਸਾਹਿਬ ਵਿਖੇ ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਅੰਦਰ ਗੁਰਮਤਿ ਸਮਾਗਮ ਹੈ 9 ਨਵੰਬਰ ਨੂੰ। ਸੋ ਭਾਈ ਸਾਰੀਆਂ ਹੀ ਸੰਗਤਾਂ ਨੂੰ ਸੱਦਾ ਹੈ ਆਪ ਜੀਆਂ ਨੇ ਆਣ ਕਰਕੇ ਦਰਸ਼ਨ ਦੇਣੇ ਲਾਹਾ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਮੈਂ ਨਹੀਂ ਕਿਛ ਹਉ ਨਹੀਂ ਕਿਛ ਆਹਿ ਨ ਮੋਰਾ ਅਵਸਰ ਲਜਾ ਰਾਖ ਲਿਹੋ ਸਦਨਾ ਜਨ ਤੋਰਾ। ਸਾਡੀ ਕੱਖਾਂ ਦੇ ਕੁੱਲੇ ਨੂੰ ਭਾਗ ਲਾਦਾ ਰਾਜਿਆਂ ਦੇ ਜਾਣ ਵਾਲਿਆ। ਕਿਤੇ ਕੱਖਾਂ ਦੇ ਕੁੱਲੇ ਨੂੰ ਭਾਗ ਲਾਦਾ ਰਾਜਿਆਂ ਦੇ ਜਾਣ ਵਾਲਿਆ। ਰਾਜਿਆਂ ਦੇ ਜੀ ਜਾਣ ਵਾਲਿਆ ਰਾਜਿਆਂ ਦੇ ਜੀ ਜਾਣ ਵਾਲਿਆ। ਕਿਤੇ ਗਰੀਬਾਂ ਦੀ ਕੁੱਲੀ ਨੂੰ ਭਾਗ ਲਾਦਾ ਰਾਜਿਆਂ ਦੇ ਸਾਡੀ ਕੱਖਾਂ ਦੇ ਕੁੱਲੀ ਨੂੰ ਭਾਗ ਲਾਦਾ ਰਾਜਿਆਂ ਦੇ। ਰਾਜਿਆਂ ਦੇ ਜਾਣ ਵਾਲਿਆ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਰਬੱਤ ਸਾਧ ਸੰਗਤ ਜੀਓ, ਸਰਬੱਤ ਮਾਈ ਔਰ ਭਾਈ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਲਵਾ ਰਹੇ ਹੋ। ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ, ਇਤਿਹਾਸ ਸਤਿਗੁਰਾਂ ਦਾ ਸਰਵਣ ਕੀਤਾ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰਾਂ ਦੀ ਸੰਗਤ ਕਰਨ ਦੇ ਨਾਲ, ਬਾਣੀ ਪੜ੍ਹਨ ਦੇ ਨਾਲ, ਸੇਵਾ ਤੇ ਸਿਮਰਨ ਦੇ ਨਾਲ ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਗੁਰਮੁਖ ਪਰਿਵਾਰ ਨੇ ਜੋ ਮਹਾਂਪੁਰਖਾਂ ਦੇ ਕੋਲ ਆਪਣੇ ਭਜੰਗੀਆਂ ਨੂੰ ਛੱਡਿਆ, ਮਹਾਂਪੁਰਖ ਸੰਤ ਬਾਬਾ ਗੁਰਦੀਪ ਸਿੰਘ ਜੀ, ਉਹਨਾਂ ਦੇ ਕੋਲੋਂ ਵਿਦਿਆ ਪਹਿਲਾਂ ਗੁਰਬਾਣੀ ਦੀ ਲਈ, ਸਾਜ਼ਾਂ ਦੀ ਲਈ, ਫਿਰ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਾ ਕੇ ਮਿਹਨਤ ਕਮਾਈ ਕੀਤੀ। ਸਤਿਗੁਰਾਂ ਨੂੰ ਮੁੱਖ ਰੱਖ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜੋ ਬੇਨਤੀਆਂ ਕੀਤੀਆਂ, ਸਤਿਗੁਰਾਂ ਨੇ ਇਹ ਭਾਗ ਲਾਏ ਆ। ਮੈਂ ਇੱਕ ਦੋ ਬੇਨਤੀਆਂ ਕਰਕੇ ਸਮੇਂ ਦੇ ਵਿੱਚ ਰਹਿ ਕੇ ਸਮਾਪਤੀ ਕਰ ਦੇਣੀ ਹੈ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਨ ਕੋਟ ਰੋਮ ਰੋਮ ਕਰਕੇ ਧੰਨਵਾਦ। ਗ੍ਰੰਥੀ ਸਾਹਿਬਾਂ ਦਾ ਧੰਨਵਾਦ ਜਿਨ੍ਹਾਂ ਨੇ ਗੁਰੂ ਕੀ ਬਾਣੀ ਪੜ੍ਹ ਕੇ 3 ਦਿਨ
ਸਾਨੂੰ ਸਾਰਿਆਂ ਨੂੰ ਨਿਹਾਲ ਕੀਤਾ। ਨਗਰ ਦੇ ਵਿੱਚ ਆਵਾਜ਼ਾਂ ਜਾਂਦੀਆਂ ਰਹੀਆਂ ਨੇ ਗੁਰੂ ਕੀ ਬਾਣੀ ਦੀਆਂ। ਜਦੋਂ ਬੰਦੇ ਦੇ ਕੋਲ ਧਨ ਆਉਂਦਾ ਆ ਉਦੋਂ ਬੰਦਾ ਕੁਝ ਨਹੀਂ ਕਰ ਸਕਦਾ। ਜਦੋਂ ਵਾਹਿਗੁਰੂ ਦੀ ਸੇਵਾ ਪ੍ਰਾਪਤ ਹੁੰਦੀ ਹੈ ਸਾਰੇ ਕਾਰਜ ਰਾਸ ਹੋ ਜਾਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਦੀ ਬਾਣੀ ਦਾ ਫੈਸਲਾ ਹੈ ਕਿ ਗੁਰਮੁਖੋ ਪਿਆਰਿਓ, ਜਦੋਂ ਸੇਵਾ ਸਿਮਰਨ ਆਉਂਦਾ ਹੈ ਨਾ ਉਦੋਂ ਹੀ ਸਤਿਗੁਰੂ ਜੀ ਦਰਸ਼ਨ ਬਖਸ਼ਦੇ ਹੈ। ਬੜੇ ਹੀ ਪਿਆਰ ਦੇ ਨਾਲ ਸਾਡੇ ਸਤਿਕਾਰਯੋਗ ਮਹਾਂਪੁਰਖਾਂ ਦੇ ਭਜੰਗੀ ਨੇ ਕੀਰਤਨ ਕੀਤਾ ਹੈ ਤੇ ਮੇਰੇ ਕੋਲ ਮੋਹਰ ਲੱਗੀ ਹੈ, ਚਿੱਠੀ ਮੇਰੇ ਕੋਲ ਪਈ ਹੈ। 2003 ਦੇ ਵਿੱਚ ਦਾਸ ਨੇ ਕੀਰਤਨ ਦੀ ਹਾਜ਼ਰੀ ਆਰੰਭਤਾ ਕੀਤੀ ਤੇ ਮਹਾਂਪੁਰਖਾਂ ਦੇ ਕੋਲ ਸਾਈਨ ਕਰਾ ਕੇ ਖੜੇ ਕੀ। ਦਮਦਮਿਤ ਸਾਲ ਤੋਂ ਮੈਂ ਵਿੱਦਿਆ ਲਈ, ਕਥਾ ਦੀ, ਕੀਰਤਨ ਦੀ, ਪਾਠ ਦੀ, ਪਰ ਉਦੋਂ ਬਾਅਦ ਆਸ਼ੀਰਵਾਦ ਜਿਹੜਾ ਬਾਬਾ ਗੁਰਦੀਪ ਸਿੰਘ ਜੀ ਹੋਣਾ ਦੇ ਕੋਲੋਂ ਲੈ ਕੇ ਮੈਂ ਆਖਿਆ ਜੀ ਮੇਰਾ ਵੀ ਜੀ ਕਰਦਾ। ਸਾਡੇ ਨਗਰ ਦਾ ਧਰਵਿੰਦਰ ਸਿੰਘ ਆ, ਉਹ ਕੀਰਤਨ ਕਰਦਾ, ਬੜਾ ਮਨ ਦੇ ਵਿੱਚ ਚਾਅ ਹੁੰਦਾ ਜਦੋਂ ਮੈਂ ਸੁਣਦਾ। ਮੇਰੇ ਮਨ ਵਿੱਚ ਵੀ ਆ ਕਿ ਮੈਂ ਧਾਰਨਾ ਦੇ ਵਿੱਚ ਕੀਰਤਨ ਕਰਾਂ। ਤੇ ਬਾਬਾ ਜੀ ਹੱਸ ਕੇ ਕਹਿੰਦੇ ਟਕਸਾਲ ਵਾਲੇ ਇਹ ਵੀ ਗੱਲ ਕਹਿ ਦਿੰਦੇ ਕੱਚੀ ਬਾਣੀ ਹੁੰਦੀ ਆ। ਮੈਂ ਕਿਹਾ ਨਹੀਂ ਜੀ, ਟਕਸਾਲ ਵਾਲੇ ਬੜਾ ਪਿਆਰ ਕਰਦੇ ਆਪ ਜੀਆਂ ਦੇ ਨਾਲ। ਮਹਾਂਪੁਰਖ ਸੰਤ ਬਾਬਾ ਠਾਕਰ ਸਿੰਘ ਜੀ ਕਿੰਨਾ ਪਿਆਰ ਕਰਦੇ ਆ। ਫਿਰ ਹੱਸ ਕੇ ਕਹਿੰਦੇ ਠੀਕ ਆ, ਲਿਆਓ ਪਹਿਲੋਂ ਹਾਰਮੋਨੀਆ ਰੱਖੋ, ਇਹਦੇ ਉੱਤੇ ਹੱਥ ਰਖਾਈਏ ਤੇ ਨਾਲ ਕਹਿੰਦੇ ਚਿੱਠੀ ਵੀ ਦੇ ਦਿੰਨੇ ਆ। ਮੈਂ ਕਿਹਾ ਜੀ ਮੈਨੂੰ ਚਿੱਠੀ ਦੇ ਨਾਲ 2 ਬਚਨ ਵੀ ਦੇ ਦਿਓ ਵੀ ਦੁਨੀਆ ਵਿੱਚ ਵਿਚਰਨਾ ਕਿਵੇਂ। ਕਹਿੰਦੇ ਸਭ ਤੋਂ ਪਹਿਲਾਂ ਸਾਦਾ ਰਹਿਣਾ, ਫਿਰ ਗੁਰਬਾਣੀ ਦਾ ਕਦੀ ਵੀ ਸਟੇਜ ਤੇ ਗੱਲ ਨਹੀਂ ਕਹਿਣੀ ਵੀ ਫਲਾਣਾ ਬੰਦਾ ਜਿਹੜਾ ਗਲਤ ਕਰ ਗਿਆ ਉਹਨੇ ਆਹ ਕਰਤਾ। ਆਪਾਂ ਨੁਕਸ ਨਹੀਂ ਕੱਢਣੇ, ਆਪਾਂ ਨਿਰੰਕਾਰ ਦਾ ਸ਼ੁਕਰਾਨਾ ਕਰਨਾ, ਸਤਿਗੁਰਾਂ ਦੇ ਕੋਲ ਬੈਠ ਕੇ ਬੇਨਤੀ ਕਰਨੀ ਮਹਾਰਾਜ ਸਾਨੂੰ ਸਮਤ ਬਖਸ਼ੋ। ਇਹ ਸਾਰੀ ਜਿਹੜੀ ਦੇਣ ਆ ਉਹਨਾਂ ਦੀ ਆ। ਮੈਂ 1-2 ਬੇਨਤੀਆਂ ਕਰਨੀਆਂ। ਸਭ ਤੋਂ ਪਹਿਲੀ ਗੱਲ ਗੁਰਮੁਖੋ ਪਿਆਰਿਓ, ਪਤਾ ਤੁਹਾਡੇ ਘਰ ਕੌਣ ਆਉਂਦਾ ਹੈ? ਚੰਗੀ ਤਰ੍ਹਾਂ ਗੱਲ ਸੁਣਿਓ। ਤੁਹਾਡੇ ਘਰ ਉਹੋ ਹੀ ਬੰਦਾ ਆਉਂਦਾ ਜਿਹਨੂੰ ਤੁਸੀਂ ਸੱਦਦੇ ਆ। ਫਿਰ ਤੁਹਾਡੇ ਘਰ ਉਹ ਆਉਂਦਾ ਜਿਹਦੇ ਘਰ ਤੁਸੀਂ ਜਾਂਦੇ ਆ। ਜੇ ਤੁਸੀਂ ਨਹੀਂ ਨਾ ਕਿਸੇ ਦੇ ਘਰ ਜਾਂਦੇ ਤੇ ਤੁਹਾਡੇ ਘਰ ਵੀ ਨਹੀਂ ਆਉਂਦਾ। ਜਦੋਂ ਆਪਾਂ ਸਤਿਗੁਰਾਂ ਦੇ ਕੋਲ ਜਾਂਦੇ ਆ, ਸਤਿਗੁਰਾਂ ਨੂੰ ਬੇਨਤੀ ਕਰਦੇ ਤੇ ਸਤਿਗੁਰੂ ਜੀ ਸਾਡੀਆਂ ਅਰਦਾਸਾਂ ਬੇਨਤੀਆਂ ਸੁਣਦੇ ਆ। ਜਿੱਥੇ ਵੀ ਕੋਈ ਬੰਦਾ ਵਾਹਿਗੁਰੂ ਨੂੰ ਯਾਦ ਕਰਦਾ ਹੈ ਨਾ, ਮੱਖਣ ਛੱਲ ਬਾੜੇ ਨੇ ਵੇਖੋ ਯਾਦ ਕੀਤਾ ਤੇ ਸਤਿਗੁਰੂ ਜੀ ਉੱਥੇ ਪਹੁੰਚ ਗਏ। ਜਿੱਥੇ ਵੀ ਕੋਈ ਯਾਦ ਕਰਦਾ ਉੱਥੇ ਪਹੁੰਚ ਜਾਂਦੇ ਆ। ਬੜੀ ਵੱਡੀ ਦੇਣ ਸਾਡੇ ਸਤਿਕਾਰਯੋਗ ਸਾਡੇ ਮਾਤਾ ਜੀਆਂ ਦੀ ਆ। ਹਰ ਮਾਤਾ ਚੰਗੇ ਪਾਸੇ ਲਾਉਂਦੀ ਹੈ। ਮੈਂ ਕਿਹਾ ਮਾਤਾ ਤੂੰ ਡੇਰੇ ਬਾਬੇ ਨਾਨਕ ਤੁਰ ਕੇ ਜਾਨੀ, ਕੀ ਮੰਗਦੀ ਹੁੰਦੀ ਹੈ? ਤੇ ਕਹਿੰਦੀ ਪੁੱਤ ਮੈਂ ਇਹ ਕਹਿੰਦੀ ਆ ਵੀ ਗੁਰੂ ਨਾਨਕ ਤੂੰ ਮੈਨੂੰ 4 ਪੁੱਤ ਦਿੱਤੇ ਆ ਤੇ 4 ਤੇਰੀ ਸੇਵਾ ਹੀ ਕਰਨ। ਤੇ ਮੈਂ ਹੱਸ ਪਿਆ। ਮੈਂ ਕਿਹਾ ਮਾਤਾ ਅਸੀਂ ਗੁਰਦੁਆਰੇ ਰਿਹਾ ਕਰਾਂਗੇ, ਉਹਨਾਂ ਨੇ ਕੀ ਬਚਨ ਕੀਤਾ? ਕਹਿੰਦੀ ਪੁੱਤ ਜਦੋਂ ਕਿਸੇ ਦਾ ਕੋਈ ਥਾਂ ਟਿਕਾਣਾ ਨਾ ਹੋਵੇ, ਸਾਰੀ ਉਮਰ ਘਰ ਦਾ ਕੰਮ ਕੀਤਾ ਹੋਵੇ ਤੇ ਬਾਅਦ ਵਿੱਚ ਮੁੰਡੇ ਜਦੋਂ ਘਰੋਂ ਕੱਢ ਦਿੰਦੇ ਆ ਉਦੋਂ ਕੀ ਕਹਿੰਦੇ ਜਾ ਕੇ ਗੁਰਦੁਆਰੇ ਬਹਿ ਜਾ। ਤੇ ਜੇ ਤੁਸੀਂ ਗੁਰੂ ਨਾਨਕ ਦੇ ਬਣ ਜਾਓਗੇ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਇਹ ਸਾਰੀਆਂ ਉਹਦੀਆਂ ਬਖਸ਼ਿਸ਼ਾਂ ਰਹਿਮਤਾਂ ਨੇ। ਦਾਸ ਜਦੋਂ ਵੀ ਮੈਂ ਕੀਰਤਨ ਦੀ ਹਾਜ਼ਰੀ ਭਰਦਾ, ਕਥਾ ਦੀ ਹਾਜ਼ਰੀ ਭਰਦਾ ਤੇ ਮੈਂ ਬੇਨਤੀ ਪਤਾ ਕੀ ਕਰਦਾ ਹੁੰਦਾ? ਮੈਂ ਕਹਿੰਦਾ ਜੀ ਸਭ ਤੋਂ ਵਧੀਆ ਸਾਡਾ ਨਗਰ ਆ। ਕਹਿੰਦੇ ਉਹ ਕਿਵੇਂ? ਮੈਂ ਕਿਹਾ ਜਦੋਂ ਇੱਕ ਬੱਚਾ ਚੰਗੇ ਪਾਸੇ ਤੁਰਦਾ ਸਾਰੇ ਹੀ ਵਧਾਈਆਂ ਦਿੰਦੇ ਆ, ਸ਼ਾਬਾਸ਼ ਦਿੰਦੇ ਆ, ਪਰ ਦੁਆਬੇ ਦੀ ਧਰਤੀ ਉੱਤੇ ਕੀ ਹੁੰਦਾ ਹੈ? ਵਿਦਵਾਨ ਦੀ ਕਦਰ ਜ਼ਰੂਰ ਕਰਦੇ ਆ, ਪਰ ਜਦੋਂ ਨਵੇਂ ਬੱਚਿਆਂ ਨੂੰ ਤੋਰੀਦਾ ਉਦੋਂ ਕਹਿੰਦੇ ਨਹੀਂ ਇਹ ਕੰਮ ਕੋਈ ਕਹੇ ਜੋਗਾ ਨਹੀਂ, ਕਿਉਂਕਿ ਇਹਦੇ ਵਿੱਚ ਆਮਦਨ ਨਹੀਂ ਹੈ। ਕੀ ਕਰਨਾ ਚਾਹੀਦਾ? ਕਹਿੰਦੇ ਅਮਰੀਕਾ ਜਾਣਾ ਚਾਹੀਦਾ, ਕੈਨੇਡਾ ਬੱਚਿਆਂ ਨੂੰ ਪੜ੍ਹਾਓ, ਵਧੀਆ ਲਿਖਾਓ। ਪਰ ਸਤਿਗੁਰਾਂ ਦੀ ਬਾਣੀ ਜਿਹੜਾ ਪੜ੍ਹਦਾ ਹੈ ਨਾ ਉਹਦੇ ਸਾਰੇ ਕਾਰਜ ਰਾਸ ਆਪ ਕਰਦੇ। ਗੁਰੂ ਕੀ ਬਾਣੀ ਦਾ ਫੈਸਲਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਦਾ। ਕਹਿਣ ਲੱਗੇ ਧੰਨੇ ਨੇ ਯਾਦ ਕੀਤਾ, ਧੰਨੇ ਦੇ ਕਾਰਜ ਸਵਾਰ ਦਿੱਤੇ ਆ। ਇਸੇ ਤਰ੍ਹਾਂ ਨਾਮਦੇਵ ਜੀਆਂ ਨੇ ਯਾਦ ਕੀਤਾ, ਕਹਿਣ ਲੱਗੇ ਮੇਰੀ ਛਪੜੀ ਢਾ ਦਿੱਤੀ ਆ, ਛੰਨ ਢਾ ਦਿੱਤੀ ਆ। ਭਗਵਾਨ ਨੂੰ ਯਾਦ ਕੀਤਾ ਤੇ ਰਾਤੋਂ ਰਾਤ ਛੰਨ ਬਣ ਗਈ, ਘਰ ਬਣ ਗਿਆ। ਸਵੇਰ ਨੂੰ ਆਂਢੀ ਗੁਆਂਢੀ ਪੁੱਛਦੇ, ਕਹਿੰਦੇ ਘਰ ਕਿੱਦਾਂ ਬਣ ਗਿਆ ਰਾਤੋਂ ਰਾਤ? ਵੇ ਨਾਮਿਆਂ ਦੱਸ ਕਿੱਥੋਂ ਬਣਿਆ? ਤੇ ਆਪ ਜੀ ਬਾਣੀ ਸੁਣਦੇ ਆ ਨਾ, ਪੜ੍ਹਦੇ ਆ
ਕਹਿੰਦੇ ਪਾੜ ਪ੍ਰਦੂਸ਼ਣ ਪੂਛ ਲੈ ਨਾਮਾ ਕਹਿ ਪਹਿਛਾਨ ਛਵਾਈ ਹੋ, ਤੋ ਪਹਿ ਦੁਗਣੀ ਮਯੂਰੀ ਦੇਹੋ ਮੋਕੋ ਬੇਟੀ ਦੇਹੋ ਬਤਾਈ ਹੋ, ਰੇ ਬਾਈ ਬੇਟੀ ਦੇਣ ਨਾ ਜਾਈ। ਕਹਿਣ ਲੱਗੇ ਦੱਸ ਤੇਰੇ ਤੋਂ ਮੈਂ ਵੱਧ ਮਾਇਆ ਦੇ ਕੇ ਤੇਰੇ ਨਾਲ ਵਧੀਆ ਕੋਠੀ ਬਣਾ ਕੇ ਵਿਖਾ ਦਿੰਨੀ। ਕਹਿੰਦਾ ਭੈਣ ਉਸ ਬੇਟੀ ਦਾ ਮੈਂ ਤੈਨੂੰ ਕੀ ਦੱਸਾਂ, ਉਹ ਪਤਾ ਕਿਹੜੀ ਮਜ਼ਦੂਰੀ ਮੰਗਦਾ, ਕਿਹੜੀ ਮਿਹਨਤ ਮੰਗਦਾ। ਕਹਿੰਦੇ ਉਹ ਤੇ ਪਿਆਰ ਦੀ ਮੰਗਦਾ ਹੈ ਨਾ, ਤੁਸੀਂ ਤੇ ਮਾਇਆ ਦੀ ਗੱਲ ਕਰਦੇ ਆ। ਕਦੀ ਵੇਖਿਆ ਬੜੇ ਬੜੇ ਰਾਵਣ ਦੇ ਮਹੱਲ ਸੀ ਜਿਨ੍ਹਾਂ ਨੂੰ ਸੋਨੇ ਦਾ ਕਿਹਾ ਜਾਂਦਾ ਸੀ, ਪਰ ਕਿਸੇ ਨੇ ਸਿਰ ਝੁਕਾਇਆ ਕਦੀ ਵੀ ਨਹੀਂ। ਜਿੱਥੇ ਸਤਿਗੁਰਾਂ ਦੇ ਚਰਨ ਪੈਂਦੇ ਉੱਥੇ ਸਿਰ ਝੁਕ ਜਾਂਦਾ, ਜਿੱਥੇ ਸਤਿਗੁਰਾਂ ਦੀ ਸੇਵਾ ਉੱਥੇ ਸਭ ਕੁਝ ਪ੍ਰਾਪਤ ਹੋ ਜਾਂਦਾ। ਇੱਕ ਗੱਲ ਬਾਬਾ ਗੁਰਦੀਪ ਸਿੰਘ ਜੀਆਂ ਨੇ ਨਿਮਰਤਾ ਦੀ ਦੱਸੀ ਵੀ ਗੁਣ ਦਾ ਹੰਕਾਰ ਨਹੀਂ ਕਰਨਾ, ਦੂਜਾ ਕਿਹਾ ਨਿਮਰਤਾ 'ਚ ਰਹਿਣਾ, ਤੀਜਾ ਕਿਹਾ ਸਾਦਾ ਲਿਬਾਸ ਰੱਖਣਾ ਹੈ। ਮੇਰੇ ਤੋਂ ਪਹਿਲਾਂ ਵੀ ਸਾਧੂ ਮਹਾਤਮਾ ਬਾਅਦ ਵਿੱਚ ਵੀ ਕੀਰਤਨ ਕਰਦੇ ਆ, ਬੜੇ ਬੜੇ ਜਥੇ ਆ, ਪਰ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਜਿੱਥੇ ਸਤਿਗੁਰੂ ਜੀ ਹਾਜ਼ਰੀ ਭਰਾਉਂਦੇ ਆ ਨਾ ਤੇ ਸੰਗਤਾਂ ਇੰਨਾ ਪਿਆਰ ਦਿੰਦੀਆਂ ਕਿ ਬਾਰ-ਬਾਰ ਹਰ ਇੱਕ ਬੰਦਾ ਪੁੱਛਦਾ ਫੇਰ ਕਦੋਂ ਦਰਸ਼ਨ ਲਓਗੇ। ਕਹੀਦਾ ਜੀ ਜਦੋਂ ਸਤਿਗੁਰੂ ਜੀ ਕਿਰਪਾ ਕਰਨਗੇ ਉਦੋਂ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਕਰਾਂਗੇ। ਇਸੇ ਤਰ੍ਹਾਂ ਅੱਜ ਕੀਰਤਨ ਮੈਂ ਭਾਈ ਸਾਹਿਬ ਦੇ ਕੋਲੋਂ ਸੁਣਿਆ, ਬਹੁਤ ਮਨ ਖੁਸ਼ ਹੋਇਆ ਕਿ ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਹੈ ਇਸ ਬੱਚੇ ਦੇ ਉੱਤੇ। ਸਟੇਜਾਂ ਤੇ ਬੋਲਣਾ ਬੜਾ ਔਖਾ ਹੈ, ਬੜੇ ਬੜੇ ਉਮਰਾਂ ਕਰਕੇ ਸਿਆਣੇ ਸਤਿਪੁਰਸ਼ ਪੜ੍ਹੇ ਜਿਹੜੇ ਆ ਨਾ, ਜਦੋਂ ਸਟੇਜ ਤੇ ਬੋਲਣਾ ਪੈਰ ਹਿੱਲ ਜਾਂਦੇ ਆ, ਗੱਲ ਹੀ ਨਹੀਂ ਆਉਂਦੀ, ਬੰਦਾ ਚੁੱਪ ਕਰ ਜਾਂਦਾ, ਸਰੀਰ ਕੰਬੀ ਜਾਂਦਾ ਐ ਕਰਦੇ ਆ। ਕਾਰਨ ਕੀ ਹੈ ਵੀ ਬਿਨਾਂ ਕਿਰਪਾ ਤੋਂ ਕੁਝ ਨਹੀਂ ਹੋ ਸਕਦਾ। ਇਹ ਜਿਹੜਾ ਘਰ ਮਕਾਨ ਸਤਿਗੁਰਾਂ ਨੇ ਬਖਸ਼ਿਆ ਇਹ ਗੁਰੂ ਕੀਆਂ ਸੰਗਤਾਂ ਦੀ ਆਸ਼ੀਰਵਾਦ ਹੈ, ਮਹਾਂਪੁਰਖਾਂ ਦੇ ਬਚਨ ਆ। ਇੱਕ ਪਾਸੇ ਬਾਬਾ ਗੁਰਦੀਪ ਸਿੰਘ ਜੀ, ਦੂਜੇ ਪਾਸੇ ਬਾਬਾ ਅਮਰੀਕ ਸਿੰਘ ਬੁੱਟਰਾ ਵਾਲੇ। ਉਹਨਾਂ ਦਾ ਬਚਨ ਹੁੰਦਾ ਸੀ, ਕਹਿਣਾ ਮਾਤਾ ਤੇਰੇ ਘਰ ਇੱਥੇ ਕੋਠੀਆਂ ਪੈੜੀਆਂ ਤੇਰੀਆਂ, ਘਰ ਦੇ ਵਿੱਚ ਪੋਤੇ ਖੇਡਿਆ ਕਰਨੇ ਆ, ਏਦਾਂ ਸੁੱਖ ਪ੍ਰਾਪਤ ਹੋਣੇ। ਉਹਨਾਂ ਦੇ ਇਹ ਬਚਨ ਮਹਾਂਪੁਰਖਾਂ ਦੇ ਚੱਲਦੇ ਆ। ਤਕਰੀਬਨ ਮੈਂ ਦੇਖਿਆ 84 ਤੋਂ ਬਾਅਦ ਜਦੋਂ ਮੈਂ ਬੁੱਟਰੀ ਆਇਆ ਤੇ ਮਹਾਂਪੁਰਖਾਂ ਨੇ ਜਦੋਂ ਇੱਥੇ ਆਉਣਾ ਤੇ ਹੱਸ ਕੇ ਬਚਨ ਕਰਨੇ, ਉਹਨਾਂ ਬਚਨਾਂ ਦਾ ਸਦਕਾ ਅੱਜ ਸਤਿਕਾਰਯੋਗ ਮੇਰੇ ਪਿਤਾ ਜੀ ਦਾ ਨਾਂ ਇਸ ਨਗਰ ਵਿੱਚ ਚੱਲਦਾ, ਰੋਸ਼ਨ ਹੋਇਆ ਕਿ ਉਹਨਾਂ ਦੇ ਪੋਤਿਆਂ ਨੇ ਕੋਠੀ ਪਾਈ ਹੈ। ਬਹੁਤ ਸੋਹਣੇ ਮਕਾਨ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਪਰ ਸਤਿਗੁਰਾਂ ਤਾਂ ਹੀ ਬਖਸ਼ਿਸ਼ ਕੀਤੇ ਹੈ ਜੇ ਆਪਾਂ ਸਤਿਗੁਰਾਂ ਦੇ ਬਣ ਜਾਈਏ। ਮਨ ਵੇਚਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਉਹ ਵੇਚਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਕਾਰਜ ਤੇਰੇ ਜੀ ਰਾਸ ਹੋਣਗੇ, ਕਾਰਜ ਤੇਰੇ ਜੀ ਰਾਸ ਹੋਣਗੇ। ਮਨ ਵੇਚਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ। ਓ ਮਨ ਵੇਚਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਹਿੰਦੇ ਜੇ ਦਿਹਾੜੀ ਲਾ ਕੇ ਬੰਦਾ ਤੇ ਪਹਿਲਾਂ ਹੀ ਪੁੱਛੀ ਜਾਂਦਾ 500 ਲੈਣਾ ਦਿਹਾੜੀ ਦਾ। ਜੇ ਪੁੱਛਿਆ ਠੇਕਾ ਕਰ ਲਾ, ਕਹਿੰਦਾ ਇੰਨੇ ਪੈਸੇ ਲੈਣੇ ਆ। ਤੇ ਜੇ ਕੋਈ ਗੁਰੂ ਦਾ ਪਿਆਰਾ ਹੋਏ ਉਹਨੂੰ ਪੁੱਛਿਆ ਕੰਮ ਕਰਨਾ ਆ, ਤੁਸੀਂ ਸਾਡੇ ਕਾਰਜ ਵਾਸਤੇ ਹਾਜ਼ਰ ਹੋਵੋਗੇ, ਕੰਮ ਕਰੋਗੇ? ਉਹ ਕਹਿੰਦਾ ਜੀ ਜਿੱਥੇ ਕਹੋ ਮੈਂ ਉੱਥੇ, ਮੈਂ ਤੇ ਦਿਹਾੜੀ ਲਾਉਣੀ ਆ। ਕਹਿੰਦੇ ਕਿੰਨੇ ਪੈਸੇ ਲਵੇਂਗਾ? ਕਹਿੰਦਾ ਜਿੰਨੇ ਦੇ ਦਿਓਗੇ ਕੋਈ ਗੱਲ ਨਹੀਂ, ਜੋ ਦੇਣਾ ਦੇ ਦਿਓ, ਜੋ ਮੇਰੀ ਕਿਸਮਤ ਵਿੱਚ ਆ ਉਹ ਮਿਲ ਜਾਣਾ।
ਕਹਿੰਦੇ ਜਦੋਂ ਇਦਾਂ ਕਰਦਾ ਉਹ ਕੰਮਕਾਰ ਕਰਦਾ, ਜਿਹੜਾ ਮਾਲਕ ਆ ਉਹ ਪਹਿਲੋਂ ਪਾਣੀ ਲੈ ਕੇ ਆਇਆ, ਫਿਰ ਪ੍ਰਸ਼ਾਦਾ ਪੁੱਛਿਆ, ਫਿਰ ਕਹਿੰਦਾ ਗਰਮੀ ਬੜੀ, ਤੂੰ ਵੀ 10 ਮਿੰਟ ਸਾਹ ਲੱਲਾ ਯਾਰ, ਤੂੰ ਵੀ ਤੇ ਸਾਡੇ ਵਰਗਾ। ਕਹਿਣ ਲੱਗੇ ਫੇਰ ਕਹਿੰਦੇ ਜਦੋਂ ਸਮਾਂ ਜਿੰਨਾ ਲਾਉਣਾ ਸੀ ਟਾਈਮ ਲਾਇਆ, ਲਾਉਣ ਤੋਂ ਬਾਅਦ ਛੁੱਟੀ ਕੀਤੀ। ਕਹਿਣ ਲੱਗੇ ਕਿੰਨੇ ਪੈਸੇ ਦਈਏ? ਕਹਿੰਦਾ ਜੀ ਤੁਹਾਡੀ ਮਰਜ਼ੀ ਆ। ਉਹ ਕਹਿੰਦੇ ਲੋਕ ਸਾਰੇ ਦਿਹਾੜੀਦਾਰ 500 ਰੁਪਈਆ ਲੈਂਦੇ ਆ, ਇਸ ਬੰਦੇ ਨੂੰ 700 ਰੁਪਈਆ ਦੇਣਾ। ਕਹਿੰਦੇ ਕਿਉਂ? ਕਹਿੰਦੇ ਕਹਿਣਾ ਹੀ ਬੜਾ ਮੰਨਿਆ ਨੇ, ਇਹਨੇ ਤੇ ਪੈਸੇ ਮੰਗੇ ਹੀ ਨਹੀਂ ਹੈ। ਇਸੇ ਤਰ੍ਹਾਂ ਕਬੀਰ ਸਾਹਿਬ ਜੀਆਂ ਨੂੰ ਸਤਿਗੁਰਾਂ ਨੇ ਪੁੱਛਿਆ, ਤੂੰ ਭਗਤੀ ਬੜੀ ਕਰਦਾ, ਸਿਮਰਨ ਕਰਦਾ ਹੈ, ਦੱਸ ਕੀ ਲੈਣਾ? ਕਹਿਣ ਲੱਗੇ ਜਦੋਂ ਕਹਿੰਦੇ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ, ਭਗਵਾਨ ਨੂੰ ਕਿਹਾ। ਕਹਿੰਦੇ ਉਹ ਕੋਈ ਇੱਛਾ ਰੱਖਦਾ ਸੁਰਗ ਦੀ, ਸੁਰਗ ਕਰਕੇ ਨਾਮ ਜਪਦਾ, ਕੋਈ ਨਰਕਾਂ ਤੋਂ ਡਰਦਾ ਜਪਦਾ, ਦੱਸ ਕੀ ਚਾਹੀਦਾ? ਤੇ ਉਹਨਾਂ ਨੇ ਬਚਨ ਕਰ ਦਿੱਤਾ, ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰ ਆਦ। ਕਹਿਣ ਲੱਗੇ ਚਰਨਾਂ ਵਿੱਚ ਜਗ੍ਹਾ ਦੇ ਦਿਓ। ਤੇ ਭਗਵਾਨ ਹੱਸ ਪਿਆ, ਕਹਿਣ ਲੱਗੇ ਰਹਿਣ ਵੀ ਕੀ ਦਿੱਤਾ ਈ ਮੇਰੇ ਕੋਲ, ਜਦੋਂ ਚਰਨਾਂ 'ਚ ਆ ਗਿਆ ਫੇਰ ਤੇ ਜਿੱਥੇ ਮੈਂ ਜਾਊਂ ਤੂੰ ਮੇਰੇ ਨਾਲ ਹੀ ਜਾਵੇਂਗਾ ਨਾ, ਤੇ ਨਰਕਾਂ ਵੱਲ ਵੀ ਨਹੀਂ ਮੈਂ ਜਾਣਾ, ਸੁਰਗ ਵੱਲ ਵੀ ਨਹੀਂ ਜਾਣਾ, ਇੱਥੇ ਹੀ ਰਹਿਣਾ। ਕਹਿੰਦੇ ਸੱਚਖੰਡ ਵਸੈ ਨਿਰੰਕਾਰ। ਕਹਿੰਦੇ ਜਦੋਂ ਮਨ ਸ਼ਾਂਤ ਹੋ ਜਾਂਦਾ, ਮਨ ਦਾ ਟਿਕਾ ਬਣ ਜਾਂਦਾ, ਫਿਰ ਬੰਦਾ ਸੇਵਾ ਕਰਨ ਲੱਗ ਪੈਂਦਾ ਹੈ। ਜਦੋਂ ਸੇਵਾ ਕਰਦਾ, ਸੇਵਾ ਕਰਦਿਆਂ ਕਰਦਿਆਂ ਮਨ ਦੇ ਵਿੱਚ ਆ ਜਾਂਦੀ ਹੈ, ਦੇਖਿਆ ਨਾ ਫਲਾਣਿਆਂ ਦਾ ਵੀ ਰੱਬ ਨੇ ਘਰ ਬਣਾ ਦਿੱਤਾ, ਫਲਾਣਿਆਂ ਦਾ ਵੀ ਬਣਾ ਦਿੱਤਾ। ਕਹਿਣ ਲੱਗੇ ਫੇਰ ਕਹਿਣ ਲੱਗੇ ਇਹਦਾ ਮਤਲਬ ਆ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਅਰਦਾਸ ਕਰੋ, ਸੰਗਤ ਵਿੱਚ ਜਾਓ, ਸਿਮਰਨ ਕਰੋ, ਨਾਮ ਜਪੋ। ਕਹਿਣ ਲੱਗੇ ਠੀਕ ਆ, ਵਾਕਿਆ ਗੱਲ ਠੀਕ ਆ ਵੀ ਜਦੋਂ ਅਸੀਂ ਸੰਗਤ ਵਿੱਚ ਜਾਂਦੇ ਆ ਤੇ ਮਨ ਨੂੰ ਸ਼ਾਂਤੀ ਆ ਜਾਂਦੀ। ਕਹਿਣ ਲੱਗੇ ਕਦੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹੀ ਆ, ਕਦੀ ਸੁਣੀ? ਵੀ ਸੁੱਖ ਜਿਹੜਾ ਹੈ ਉਹ ਤੇ ਰਾਜੇ ਨੂੰ ਵੀ ਨਹੀਂ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਗਿਆ ਫਿਰ ਵੀ ਦੁਖੀ ਹੈ। ਤੇ ਤਾਈਓ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਨਾ, ਮਨ ਸ਼ਾਂਤ ਨ ਆਵੇ ਜੀ ਬਿਨਾ ਹਰ ਨਾਮ ਤੋਂ, ਸ਼ਾਂਤ ਨ ਆਵੇ ਜੀ ਬਿਨਾ ਹਰ ਨਾਮ ਤੋਂ। ਸ਼ਾਂਤ ਨ ਆਵੇ, ਸ਼ਾਂਤ ਨ ਆਵੇ, ਸ਼ਾਂਤ ਨ ਆਵੇ, ਸ਼ਾਂਤ ਨ ਆਵੇ, ਸ਼ਾਂਤ ਨ ਆਵੇ। ਸ਼ਾਂਤ ਨ ਆਵੇ ਜੀ ਬਿਨਾ ਹਰ ਨਾਮ ਤੋਂ, ਮਨ ਸ਼ਾਂਤ ਨ ਆਵੇ ਜੀ ਬਿਨਾ ਹਰ ਨਾਮ ਤੋਂ। ਨਾਮ ਤੋਂ ਸੁੰਦਰ ਸੇਜ ਅਨੇਕ ਸੁਖ, ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ, ਬਿਨ ਹਰ ਨਾਮ ਨ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਜਿੰਨੇ ਮਰਜੀ ਯਤਨ ਕਰ ਲੈ ਮਨ ਨੂੰ ਸ਼ਾਂਤੀ ਨਹੀਂ ਆਉਣੀ। ਸ਼ਾਂਤੀ ਵਾਹਿਗੁਰੂ ਦੇ ਨਾਮ ਦੇ ਨਾਲ ਆਉਣੀ ਹੈ। ਜਦੋਂ ਸਿਮਰਨ ਕਰਦੇ ਆ, ਗੁਰਬਾਣੀ ਪੜ੍ਹਦੇ ਆ, ਉਦੋਂ ਮਨ ਨੂੰ ਸ਼ਾਂਤੀ ਆਉਂਦੀ ਹੈ। ਜਦੋਂ ਸੰਗਤ ਵਿੱਚ ਬੈਠਦੇ ਆ, ਸਤਿਗੁਰਾਂ ਦੇ ਬਚਨ ਸੁਣਦੇ ਆ, ਮਨ ਹੈਰਾਨ ਜਿਹਾ ਹੋ ਜਾਂਦਾ ਵੀ ਇਹ ਜਿਹੜੀਆਂ ਗੱਲਾਂ ਕਰਦੇ ਸੱਚ ਆ, ਇਹ ਜੋ ਲਿਖਿਆ ਬਾਣੀ ਵਿੱਚ ਸੱਚ ਆ। ਪਰ ਸੱਚ ਪਿਆਰਿਓ ਉਦੋਂ ਪਤਾ ਲੱਗਦਾ ਜਦੋਂ ਪ੍ਰੈਕਟੀਕਲ ਤੁਸੀਂ ਕਰੋਗੇ ਨਾ, ਆਪ ਸਿਮਰਨ ਕਰੋਗੇ, ਬਾਣੀ ਪੜੋਗੇ, ਫਿਰ ਪਤਾ ਲੱਗਣਾ ਵਾਕਿਆ ਬਾਣੀ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ। ਗੁਰਮੁਖੋ ਪਿਆਰਿਓ, ਕਈ ਵਾਰ ਨਾ ਇਹ ਵੀ ਗੱਲ ਹੁੰਦੀ ਆਪਣੇ ਘਰ ਵਿੱਚ ਆਪੇ ਹੀ ਲੱਗ ਪਏ, ਏਦਾਂ ਨਹੀਂ। ਮੇਰਾ ਮਤਲਬ ਇਹ ਸੀ ਵੀ ਜਿੱਥੇ ਮੇਰਾ ਸਾਰਾ ਇਹ ਨਗਰ ਦਾ ਪਰਿਵਾਰ, ਗੁਰੂ ਕੀਆਂ ਸੰਗਤਾਂ ਬੈਠੀਆਂ ਨੇ, ਸਾਰੀਆਂ ਸੰਗਤਾਂ ਨੇ ਚਰਨ ਪਾਏ ਆ, ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਆਪਣੇ ਸੀਸ ਨੂੰ ਝੁਕਾ ਦਈਏ, ਸੰਗਤਾਂ ਦਾ ਧੰਨਵਾਦ ਕਰੀਏ। ਵੀ ਪਿਆਰਿਓ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਰਹਿਣੀ ਆ।
ਜਿਨ੍ਹਾਂ ਨੇ ਆਪੋ ਆਪਣੇ ਸਮੇਂ ਨੂੰ ਕੱਢ ਕੇ ਸਤਿਗੁਰਾਂ ਦੀ ਸੰਗਤ ਦੇ ਵਿੱਚ ਆਣ ਕੇ ਗੁਰਮੁਖ ਪਰਿਵਾਰ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਹਾਜ਼ਰੀਆਂ ਲਵਾਈਆਂ ਨੇ। ਸਾਰੀਆਂ ਸੰਗਤਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਸਤਿਕਾਰਯੋਗ ਸਾਡੇ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਸਰਦਾਰ ਮੰਗਲ ਸਿੰਘ ਜੀ ਗ੍ਰੰਥੀ ਸਾਹਿਬ ਜੀ, ਜਿਨ੍ਹਾਂ ਦਾ ਇਸ ਨਗਰ ਦੇ ਵਿੱਚ ਰਹਿ ਕੇ ਬੜਾ ਹੀ ਪਿਆਰ ਅਤੇ ਪ੍ਰਚਾਰ ਕਰਦੇ ਆ ਸਿੱਖੀ ਦਾ। ਜਦੋਂ ਕਿਤੇ ਸਤਿਗੁਰੂ ਜੀ ਸਾਨੂੰ ਆਪਸ ਵਿੱਚ ਮਿਲਾਉਂਦੇ ਆ, ਬਹੁਤ ਪਿਆਰ ਯਾਦ ਆਉਂਦਾ ਗੁਰਬਾਣੀ ਕਰਕੇ ਵੀ ਇਹ ਸਾਰੀਆਂ ਗੁਰਬਾਣੀ ਦੀਆਂ ਹੀ ਪਿਆਰ ਦੀਆਂ ਖੇਡਾਂ ਨੇ। ਪਿਆਰਿਓ, ਸਤਿਗੁਰਾਂ ਦਾ ਬਚਨ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਂਪੁਰਖਾਂ ਦੇ ਜਥੇ ਦਾ ਧੰਨਵਾਦ। ਕੀਰਤਨ ਕਰਦਿਆਂ ਵਿਚਾਰ ਕਰਦਿਆਂ ਹੋਈਆਂ ਗਲਤੀਆਂ ਦੀ ਗੁਰੂ ਕੀ ਸੰਗਤ ਮਾਫੀ ਬਖਸ਼ਿਓ। ਆਓ ਧਾਰਨਾ ਪੜ੍ਹ ਕੇ ਸਮਾਪਤੀ ਕਰੀਏ। ਗਲ ਨਹੀਂ ਜਿੰਦੇ ਗੁਣ ਪੂਰਿਆਂ ਗੁਰਾਂ ਦੇ, ਗਲ ਨਹੀਂ ਜਿੰਦੇ ਗੁਣ ਪੂਰਿਆਂ ਗੁਰਾਂ ਦੇ। ਪੂਰਿਆਂ ਗੁਰਾਂ ਦੇ ਗੁਣ, ਪੂਰਿਆਂ ਗੁਰਾਂ ਦੇ, ਪੂਰਿਆਂ ਗੁਰਾਂ ਦੇ ਗੁਣ, ਪੂਰਿਆਂ ਗੁਰਾਂ ਦੇ। ਗਲ ਨਹੀਂ ਜਾਂਦੇ ਗੁਣ ਪੂਰਿਆਂ ਗੁਰਾਂ ਦੇ, ਗਲ ਨਹੀਂ ਜਾਂਦੇ ਗੁਣ ਪੂਰਿਆਂ ਗੁਰਾਂ ਦੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਤਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਰੁਖ ਪਵਨ ਗੁਰੂ ਪਾਣੀ ਪਤਾ, ਮਾਤਾ ਤਰਤ ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਚੰਗਿਆਈਆਂ ਬੁਰਿਆਈਆਂ, ਵਾਜੈ ਧਰਮ ਹਦੂਰ ਕਰਮੀ ਆਪੋ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,